प्यारे दर्शकों, मैं नवदीप सिंह, मैं अपने साथी मेरे वीर भगवंत सिंह जी उन्होंने नाल साडा हफ्तावारी प्रोग्राम लैके हाज़र होए हैं। साडा प्रोग्राम पते की गल तुसीं इहदे बारे चंगी तरह हुण जाणदे हो कि असीं हर हफ्ते कोई ना कोई नवां इशू लैके तुहाडे नाल डिस्कस करन दे लई हाज़र हुंदे आ। ज़्यादातर जिहड़े साडे प्रोग्राम हुंदे आ वो जानकारी दे नाल भरपूर हुंदे आ। जानकारी असीं ਵੱਖ-ਵੱਖ विषयां ते लिआउने आ जिहदे नाल तुहानूं कोई जिहड़ा हैगा वो सेध मिल सके। पिछले हफ्ते जिहड़ा हैगा ਉਹ ਵਿਮਨਸ ਡੇ ਸੀਗਾ ਜਿਹੜਾ ਕਿ ਸਾਰੇ ਸੰਸਾਰ ਭਰ ਦੇ ਵਿੱਚ 8 ਮਾਰਚ ਨੂੰ ਮਨਾਇਆ ਜਾਂਦਾ ਹੈਗਾ। ਸਾਨੂੰ ਮਹਿਸੂਸ ਹੁੰਦਾ ਕਿ ਜਿਹੜਾ ਇਹ ਇੰਪੋਰਟੈਂਟ ਦਿਨ ਹੈਗਾ ਇਹਦੇ ਬਾਰੇ ਵੀ ਸਾਡੀ ਜਿਹੜੀ ਗੱਲ ਕਰਨੀ ਬਣਦੀ ਹੈਗੀ ਆ, ਕਿਉਂਕਿ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਬੱਚੀਆਂ ਉਹਨਾਂ ਦੇ ਬਹੁਤ ਸਾਰੇ ਜਿਹੜੇ ਇਸ਼ੂ ਹੈਗੇ ਆ ਜਿਨ੍ਹਾਂ ਨੂੰ ਅਸੀਂ ਆਪਣੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਜਿਹੜਾ ਹੈਗਾ ਉਹ ਕਦੇ ਬਹੁਤਾ ਧਿਆਨ ਨਹੀਂ ਦਿੰਦੇ, ਉਹਨਾਂ ਦੀ ਤੋਕੋ ਨਹੀਂ ਰੱਖਦੇ, ਉਹਨਾਂ ਦਾ ਪੱਖ ਸੁਣਨ ਦੇ ਲਈ ਜਿਹੜਾ ਹੈਗਾ ਉਹ ਬਹੁਤਾ ਤਤਪਰ ਨਹੀਂ ਹੁੰਦੇ। ਸੋ ਇਹ ਜਿਹੜੇ ਦਿਨ ਹੈਗੇ ਆ ਇਹ ਸਾਨੂੰ ਇੱਕ ਇੱਦਾਂ ਦਾ ਮੌਕਾ ਜ਼ਰੂਰ ਦਿੰਦੇ ਹੈਗੇ ਆ ਕਿ ਅਸੀਂ ਇਹਨਾਂ ਦੇ ਬਾਰੇ ਕੋਈ ਗੱਲਬਾਤ ਕਰ ਸਕੀਏ ਤਾਂ ਕਿ ਸਾਡੇ ਸਮਾਜ ਦੇ ਵਿੱਚ ਇੱਕ ਸਾਰੂ ਜਿਹੜੀ ਵਿਚਾਰ ਚਰਚਾ ਹੈਗੀ ਆ ਉਹ ਸ਼ੁਰੂ ਹੋ ਸਕੇ। ਪੰਜਾਬ ਤੋਂ ਇੱਕ ਮਸ਼ਹੂਰ ਲੇਖਕ ਨੇ ਡਾਕਟਰ ਸ਼ਾਮ ਸੁੰਦਰ ਦੀਪਤੀ, ਉਹਨਾਂ ਦੀ ਇੱਕ ਕਿਤਾਬ ਹੈ ਅੱਧੀ ਹੋਂਦ ਦੀ ਮਾਲਕ। ਇਹਦੇ ਟਾਈਟਲ ਤੋਂ ਹੀ ਸਾਨੂੰ ਪਤਾ ਲੱਗਦਾ ਹੈਗਾ ਕਿ ਉਹ ਲੇਖਕ ਕੀ ਕਹਿਣਾ ਚਾਹੁੰਦਾ ਹੈਗਾ, ਕਿਉਂਕਿ ਔਰਤਾਂ ਦੀ ਗਿਣਤੀ ਸਾਰੇ ਸੰਸਾਰ ਭਰ ਦੇ ਵਿੱਚ ਉਹ ਅੱਧ ਤੋਂ ਅੱਧੀ ਹੈ ਜਾਂ ਅੱਧ ਤੋਂ ਥੋੜ੍ਹੀ ਬਹੁਤੀ ਉੱਪਰ ਹੇਠਾਂ ਹੋ ਸਕਦੀ ਹੈ। ਸੋ ਸਾਡਾ ਇੱਕ ਬਹੁਤ ਵੱਡਾ ਹਿੱਸਾ ਹੈਗਾ ਸਾਡਾ ਮਾਨਵਤਾ ਦਾ, ਸਾਡੇ ਭਾਈਚਾਰੇ ਦਾ, ਸਾਡੇ ਸਮਾਜ ਦਾ, ਸਾਡੇ ਰਿਸ਼ਤਿਆਂ ਦਾ, ਜੋ ਔਰਤਾਂ ਉਸਾਰਦੀਆਂ ਨੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਵਜੂਦ ਹੈ। ਸੋ ਇਸ ਕਰਕੇ ਸਾਨੂੰ ਉਹਨਾਂ ਦੇ ਜਿਹੜੇ ਇਸ਼ੂ ਵੀ ਹੈਗੇ ਆ ਉਹ ਵੀ ਸਾਨੂੰ ਸਮਝਣੇ ਚਾਹੀਦੇ ਹੈਗੇ ਆ, ਸਾਨੂੰ ਸਾਂਝੇ ਤੌਰ 'ਤੇ ਜਿਹੜੇ ਹੈਗੇ ਆ ਉਹ ਡਿਸਕਸ ਕਰਨੇ ਚਾਹੀਦੇ ਹੈਗੇ ਆ। ਔਰ ਇਹਦੇ ਬਹੁਤ ਸਾਰੇ ਪਹਿਲੂਆਂ ਤੋਂ ਇਹਨਾਂ ਨੂੰ ਅਸੀਂ ਡਿਸਕਸ ਕਰ ਸਕਦੇ ਹੈਗੇ ਆ। ਔਰਤਾਂ ਨੂੰ ਧਾਰਮਿਕ ਤੌਰ 'ਤੇ ਕਿਹੜੇ ਹੱਕ ਹਾਸਲ ਨੇ, ਸਮਾਜਿਕ ਤੌਰ 'ਤੇ ਕਿਹੜੇ ਹੱਕ ਹਾਸਲ ਨੇ, ਰਾਜਨੀਤਿਕ ਤੌਰ 'ਤੇ ਕਿਹੜੇ ਹੱਕ ਹਾਸਲ ਨੇ, ਸਿੱਖਿਅਕ ਤੌਰ 'ਤੇ ਉਹਨਾਂ ਦੇ ਲਈ ਕਿਹੋ ਜਿਹੇ ਜਿਹੜੇ ਸੰਵਿਧਾਨ ਆ, ਜਿਹੜੀਆਂ ਸੁਵਿਧਾਵਾਂ ਹੈਗੀਆਂ ਅਸੀਂ ਜਿਹੜੀਆਂ ਹੈਗੀਆਂ ਪੈਦਾ ਕੀਤੀਆਂ ਹੈਗੀਆਂ। ਔਰ ਅਸੀਂ 4000 ਮੀਲ ਆਪਣਾ ਵਤਨ ਛੱਡ ਕੇ ਇਹਨਾਂ ਮੁਲਕਾਂ ਦੇ ਵਿੱਚ ਵਸੇ ਹੈਗੇ ਆ ਕਿ ਅਸੀਂ ਉਹ ਰੂੜੀਵਾਦੀ ਸੋਚ ਜੋ ਸਾਡੇ ਸਮਾਜ ਅੰਦਰ ਉੱਥੇ ਸੀ ਕਿ ਉਹ ਅਸੀਂ ਇੱਥੇ ਵੀ ਲੈ ਕੇ ਆਏ ਹਾਂ, ਜਾਂ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਅਲੱਗ ਸੋਚਣ ਦੀ ਪਿਰਤ ਪਾਈ ਆ, ਜਾਂ ਅਸੀਂ ਉੱਧਰ ਨੂੰ ਵੱਧ ਰਹੇ ਹਾਂ। ਸੋ ਇਹਨਾਂ ਸਾਰੀਆਂ ਹੀ ਗੱਲਾਂ 'ਤੇ ਅੱਜ ਸਾਡੇ ਨਾਲ ਗੱਲ ਕਰਨ ਦੇ ਲਈ ਸਾਡੇ ਕੋਲ ਮਹਿਮਾਨ ਆਏ ਹੋਏ ਨੇ। ਮੈਂ ਭਗਵੰਤ ਜੀ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਭੈਣ ਜੀ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਇਹਨਾਂ ਨੇ ਸਮਾਜਿਕ ਤੌਰ 'ਤੇ ਵਿਚਰਦਿਆਂ ਅੱਜ ਤੱਕ ਕੀ ਕੀਤਾ ਹੈ। ਮੈਂ ਭਗਵੰਤ ਸਿੰਘ, ਮੇਰੇ ਵੱਲੋਂ ਸਾਰੇ ਕਾਂਸੀ TV ਦੇਖ ਰਹੇ ਮੇਰੇ ਵੀਰਾਂ ਭੈਣਾਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ। ਦੋਸਤੋ, ਜਿਹੜਾ ਅੱਜ ਵਿਸ਼ਾ ਅਸੀਂ ਨਾਰੀ ਦਿਵਸ ਦਾ, ਵਿਮਨ ਡੇ ਦਾ ਲੈ ਕੇ ਆਏ ਹਾਂ, ਅਤੇ ਉਸ ਦੇ ਲਈ ਬਹੁਤ ਜ਼ਰੂਰੀ ਸੀ ਕਿ ਇੱਕ ਸਾਡੀ ਭੈਣ ਸਾਡੇ ਨਾਲ ਆਵੇ ਅਤੇ ਉਹ ਅਸਲ ਦੇ ਵਿੱਚ ਉਹਨਾਂ ਨੇ ਜ਼ਿੰਦਗੀ ਦਾ ਐਕਸਪੀਰੀਅੰਸ ਤਾਂ ਉਹਨਾਂ ਨੇ ਕੀਤਾ ਹੁੰਦਾ। ਅਸੀਂ ਜਿਹੜੇ ਮਰਦ ਪ੍ਰਧਾਨ ਸਮਾਜ ਦੇ ਸਾਡੇ ਵਿਚਾਰ ਹੋਰ ਹੋ ਸਕਦੇ ਨੇ। ਅਤੇ ਸਾਡੇ ਨਾਲ ਅੱਜ ਸਾਡੀ ਭੈਣ ਜੋਗਿੰਦਰ ਕੌਰ ਜੀ ਡਰਬੀ ਤੋਂ ਨੇ, ਜਿਹੜੇ ਇਹਨਾਂ ਨੇ ਭੈਣ ਜੀ ਨੇ ਭਾਰਤੀ ਮਜ਼ਦੂਰ ਸਭਾ ਜਿਹੜੀ ਇੰਗਲੈਂਡ ਦੇ ਵਿੱਚ ਇੰਡੀਅਨ ਵਰਕਰਸ ਐਸੋਸੀਏਸ਼ਨ ਹੈ ਡਰਬੀ ਦੇ ਇਹ ਸੈਕਟਰੀ ਵੀ ਰਹੇ ਨੇ, ਉੱਥੇ ਕਾਰਕੁਨ ਨੇ, ਕਾਫੀ ਕੰਮ ਕਰਦੇ ਨੇ, ਅਤੇ ਐਕਸ ਸੈਕਟਰੀ ਨੇ ਨੈਸ਼ਨਲ। ਅਤੇ ਇਸ ਵੇਲੇ ਜਿਹੜੀ ਜਲਿਆਂਵਾਲਾ ਬਾਗ ਕਮੇਟੀ 1919 ਜਿਹੜੀ ਅਪੋਲੋਜੀ ਲਈ ਕੰਮ ਕਰਦੀ ਪਈ ਆ, ਉਹਦੇ ਭੈਣ ਜੀ ਸੈਕਟਰੀ ਨੇ, ਅਤੇ ਇਹਨਾਂ ਨੇ ਅੱਜ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ। ਅਤੇ ਹਾਂਜੀ ਭੈਣ ਜੀ, ਤੁਸੀਂ ਆਪਣੇ। ਜੈ ਗੁਰਦੇਵ, ਜੈ ਭੀਮ, ਐਂਡ ਔਰਤ ਦਿਵਸ ਜ਼ਿੰਦਾਬਾਦ। ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਭੈਣ ਜੀ ਦਾ ਅਸੀਂ ਸਾਰਿਆਂ ਨੂੰ ਪਹਿਲਾਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਛੋਟੇ ਜਿਹੇ ਨੋਟਿਸ 'ਤੇ, ਬਹੁਤ ਸ਼ਾਰਟ ਨੋਟਿਸ 'ਤੇ ਉਹਨਾਂ ਨੇ ਸਮਾਂ ਕੱਢ ਕੇ ਸਾਡੇ ਨਾਲ ਇੱਥੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਹੋਏ ਆ। ਅਸੀਂ ਉਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੇ ਹਾਂ। ਭੈਣ ਜੀ, ਅਕਸਰ ਜਦੋਂ ਬਹਿਸ ਤੁਸੀਂ ਆਪਾਂ ਬਹੁਤ ਸਾਰੇ ਥਾਵਾਂ 'ਤੇ ਹੁੰਦੀ ਆ, ਸੋਸ਼ਲ ਮੀਡੀਆ 'ਤੇ ਹੁੰਦੀ ਆ, ਵਿਆਹਾਂ 'ਤੇ ਹੁੰਦੀ ਆ, ਦਿਨਾਂ ਸੋਧਾਂ 'ਤੇ ਹੁੰਦੀ ਆ, ਬਰਥਡੇਆਂ 'ਤੇ ਹੁੰਦੀ ਆ, ਔਰ ਕਈ ਲੋਕ ਬਹਿਸ ਨੂੰ ਇੱਥੋਂ ਸ਼ੁਰੂ ਕਰਦੇ ਆ ਜਾਂ ਵਿਚਾਰ ਚਰਚਾ ਨੂੰ ਇੱਥੋਂ ਸ਼ੁਰੂ ਕਰਦੇ ਆ
ਕਿ ਜੇ ਆ ਜਿਹੜੇ ਦਿਨ ਦੁਨ ਮਨਾਉਂਦੇ ਆ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ। ਕੀ ਸਾਨੂੰ ਇਸ ਦਿਨ ਤੇ ਸਾਡੀ ਵਧਾਈ ਦੇਣੀ ਬਣਦੀ ਆ? ਸਾਨੂੰ ਇਹ ਦਿਨ ਮਨਾਉਣੇ ਚਾਹੀਦੇ ਆ? ਤੁਸੀਂ ਇਹਦੇ ਬਾਰੇ ਕੀ ਸੋਚਦੇ ਆ? ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦੀ ਹਾਂ ਕਾਸ਼ੀ ਟੀਵੀ ਦੀ ਜੀ ਐਂਡ ਤੁਹਾਡੀ ਨਵਦੀਪ ਜੀ ਜੀ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਤੁਸੀਂ ਮੈਨੂੰ ਸੱਦਾ ਦਿੱਤਾ ਇੱਥੇ ਆ ਕੇ ਔਰਤਾਂ ਦੇ ਮਸਲਿਆਂ ਦੇ ਉੱਤੇ ਗੱਲ ਕਰਨ ਦਾ, ਆਪਾਂ ਵਿਚਾਰ ਸਾਂਝੇ ਕਰਨ ਦਾ। ਜੀ ਇਹ ਸਿਰਫ ਇਹ ਨਹੀਂ ਕਿ ਮੈਂ ਕੀ ਕਹੂੰਗੀ, ਆਪਾਂ ਸਾਰਿਆਂ ਨੇ ਵਿਚਾਰ ਸਾਂਝੇ ਕਰਨੇ ਆ ਤੇ ਉਹ ਵਿਚਾਰ ਸਾਂਝੇ ਕਰਦਿਆਂ ਹੋਇਆਂ ਅਸੀਂ ਦੇਖਣਾ ਕਿ ਕੀ ਅਸੀਂ ਜਿੱਤ ਪ੍ਰਾਪਤ ਕਰ ਚੁੱਕੇ ਹਾਂ, ਕੀ ਹਜੇ ਸਾਡੇ ਵਾਸਤੇ ਜਿੱਤਣ ਲਈ ਰਹਿੰਦਾ ਹੈ। ਜਿਹੜੀ ਤੁਸੀਂ ਗੱਲ ਕੀਤੀ ਇੰਟਰਨੈਸ਼ਨਲ ਵੂਮਨਸ ਡੇ ਦੀ, ਇਹ ਬਿਲਕੁਲ ਸਾਨੂੰ ਮਨਾਉਣਾ ਚਾਹੀਦਾ, ਬਿਲਕੁਲ ਸਾਨੂੰ ਇਹਦੇ 'ਤੇ ਵਧਾਈ ਦੇਣੀ ਚਾਹੀਦੀ ਹੈ। ਕਿਉਂਕਿ ਜਦੋਂ ਤੋਂ ਖਾਸ ਕਰਕੇ ਜਦੋਂ ਤੋਂ ਪ੍ਰਾਈਵੇਟ ਪ੍ਰਾਪਰਟੀ ਦਾ ਸੰਕਲਪ ਆਇਆ ਔਰ ਜਦੋਂ ਤੋਂ ਮਾਤਰੀ ਪ੍ਰਥਾ ਹਟ ਕੇ ਪਿਤਰੀ ਪ੍ਰਥਾ ਹੋਈ, ਜਿਹਨੂੰ ਅਸੀਂ ਕਹਿੰਦੇ ਕਿ ਪੈਟਰੀਆਰਕਲ ਸਿਸਟਮ ਜਦੋਂ ਤੋਂ ਸ਼ੁਰੂ ਹੋਇਆ, ਉਦੋਂ ਤੋਂ ਲੈ ਕੇ ਔਰਤ ਨੂੰ ਦਬਾ ਕੇ ਹੋਰ ਦਬਾ ਕੇ ਦਬਾਉਂਦੇ ਚਲੇ ਆ ਰਹੇ ਹਾਂ। ਤੇ ਉਹਦੇ ਨਾਲ ਹੀ ਇਹ ਹੋਇਆ ਕਿ ਪੈਟਰੀਆਰਕਲ ਸਿਸਟਮ ਦੇ ਅਧੀਨ ਜਿੱਥੇ ਪ੍ਰੋਪਰਟੀ ਪ੍ਰਾਈਵੇਟ ਹੋ ਗਈ, ਉੱਥੇ ਔਰਤਾਂ ਵੀ ਪ੍ਰਾਈਵੇਟ ਪ੍ਰੋਪਰਟੀ ਬਣ ਗਈਆਂ ਮਰਦਾਂ ਦੀਆਂ। ਐਂਡ ਉਹ ਮਰਦਾਂ ਦੀਆਂ ਪ੍ਰਾਈਵੇਟ ਪ੍ਰੋਪਰਟੀ ਬਣਦੇ ਹੋਏ ਉਹਨਾਂ ਨੂੰ ਫਿਰ ਪਿੱਛੇ ਤੋਂ ਪਿੱਛੇ ਤੱਕ ਧੱਕਦੇ ਗਏ, ਕਦੀ ਪਰਦੇ ਦੇ ਪਿੱਛੇ, ਕਦੀ ਘਰ ਦੇ ਅੰਦਰ, ਬਾਹਰ ਜਿਹੜੀ ਉਹ ਫਰੀਡਮ ਕਦੀ ਉਹਨਾਂ ਕੋਲ ਫਰੀਡਮ ਸੀ, ਕਦੀ ਉਹ ਇੰਜੋਏ ਕਰਦੀ ਸੀ ਫਰੀਡਮ, ਉਹ ਹੌਲੀ ਹੌਲੀ ਉਹਨਾਂ ਦੇ ਕੋਲੋਂ ਖੋਹ ਲਈ ਗਈ। ਇੰਟਰਨੈਸ਼ਨਲ ਵੂਮਨਸ ਡੇ ਦਾ ਅਨਫੋਰਚੂਨਟਲੀ ਉਹਦੇ ਜਿਹੜੀ ਬੈਕਗਰਾਉਂਡ ਆ, ਉਹਦੀ ਜਿਹੜੀ ਸ਼ੁਰੂਆਤ ਹੋਈ, ਉਹਨੂੰ ਬਹੁਤ ਸਾਰੇ ਲੋਕ ਭੁੱਲ ਗਏ। ਤੇ ਉਹ ਭੁੱਲਦੇ ਹੋਏ ਫਿਰ ਇੱਦਾਂ ਹੈ ਕਿ ਬਹੁਤ ਸਾਰੇ ਲੋਕ ਸਪੈਸ਼ਲੀ ਜਿਹੜੇ ਬੁਰਜਵਾ, ਜਿਹੜੇ ਅਮੀਰ ਲੋਕ ਆ, ਉਹ ਸਿਰਫ ਇਹਨੂੰ ਮਨਾਉਣ 'ਤੇ ਰਹਿ ਗਏ ਕਿ ਪਾਰਟੀ ਕਰ ਲਈ, ਖਾ ਪੀ ਲਿਆ, ਡਾਂਸ ਕਰ ਲਿਆ। ਇਹ ਆ ਅਸਲੀ ਮਕਸਦ ਜਿਹੜਾ ਹੈ ਇੰਟਰਨੈਸ਼ਨਲ ਵੂਮਨਸ ਡੇ ਮਨਾਉਣ ਦਾ, ਇਹ ਆ ਕਿ ਅਸੀਂ ਇਹ ਸਾਡੇ ਕੋਲ ਇੱਕ ਅਪਰਚੂਨਿਟੀ ਹੈ ਐਨਾਲਿਸਿਸ ਕਰਨ ਦੀ ਕਿ ਕੀ ਔਰਤਾਂ ਜਿਹੜੀਆਂ ਉਹਨਾਂ ਨਾਲ ਸੱਚਮੁੱਚ ਵਿਤਕਰਾ ਹੁੰਦਾ ਜਾਂ ਕਿ ਵਿਤਕਰਾ ਨਹੀਂ ਹੁੰਦਾ, ਜਾਂ ਜੇ ਅਸੀਂ ਕੀ ਵਧਾ ਚੜਾ ਕੇ ਤਾਂ ਨਹੀਂ ਦੇਖਦੇ, ਜੇ ਵਿਤਕਰਾ ਹੁੰਦਾ ਤੇ ਕਿੱਦਾਂ ਦਾ ਹੁੰਦਾ ਹੈ, ਔਰ ਉਹਨੂੰ ਅਸੀਂ ਐਨਾਲਿਸਿਸ ਕਰਨਾ ਕਿ ਉਹ ਜਿਹੜੇ ਵਿਤਕਰੇ ਹੁੰਦੇ ਆ ਉਹਦੇ ਵਾਸਤੇ ਅਸੀਂ ਗਾਂਹ ਮੁਹਿੰਮ ਕਿੱਦਾਂ ਚਲਾਉਣੀ ਹੈ। ਇਹਦੇ ਨਾਲ ਹੀ ਇਹ ਦੇਖਣਾ ਕਿ ਇਸ ਐਨਾਲਿਸਿਸ ਦੇ ਵਿੱਚ ਅਸੀਂ ਇਹ ਵੀ ਦੇਖਣਾ ਕਿ ਅਸੀਂ ਕੋਈ ਜਿੱਤਾਂ ਵੀ ਪ੍ਰਾਪਤ ਕੀਤੀਆਂ, ਕਿ ਜਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਉਹਨੂੰ ਅਸੀਂ ਸੈਲੀਬ੍ਰੇਟ ਵੀ ਕਰਨਾ। ਉਹ ਜਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਉਹਦੇ ਨਾਲ ਅਸੀਂ ਇਹ ਵੀ ਦੇਖਣਾ ਕਿ ਕੀ ਔਰਤਾਂ ਨੇ ਇਕੱਲੀਆਂ ਨਹੀਂ ਉਹ ਜਿੱਤਾਂ ਪ੍ਰਾਪਤ ਕਰ ਲਈਆਂ, ਜਾਂ ਕਿ ਉਹਨਾਂ ਦੇ ਜਿਹੜੇ ਸਾਥੀ ਸੀਗੇ, ਮਰਦ ਸਾਥੀ, ਉਹਨਾਂ ਦਾ ਵੀ ਕੋਈ ਸਾਥ ਸੀਗਾ। ਇਹਨੂੰ ਅਸੀਂ ਪਿੱਛੇ ਨਹੀਂ ਕਰ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਕੱਲੇ ਹੀ ਕੋਈ ਵੀ ਕੰਮ ਜਿਹੜਾ ਔਰਤਾਂ ਜਿਹੜੀਆਂ ਜਿੱਤਾਂ ਪ੍ਰਾਪਤ ਕਰ ਰਹੀਆਂ, ਉਹਨਾਂ ਦੀ ਮੁਹਿੰਮਾਂ ਚੱਲ ਰਹੀਆਂ, ਉਹਨਾਂ ਦੇ ਨਾਲ ਨਾਲ ਜਿੱਥੇ ਉਹ ਆਪ ਖੁਦ ਲੜ ਰਹੀਆਂ ਔਰ ਉਹਨਾਂ ਨੂੰ ਲੜਨਾ ਬਣਦਾ ਆ, ਉਹਦੇ ਨਾਲ ਨਾਲ ਇਹ ਵੀ ਹੈ ਕਿ ਸਾਨੂੰ ਇਹ ਦੇਖਣਾ ਪੈਣਾ ਸਾਡੇ ਮਰਦ ਸਾਥੀਆਂ ਦਾ ਕਿੰਨਾ ਸਾਥ ਆ। ਅਸੀਂ ਉਹਨੂੰ ਵੀ ਸੈਲੀਬ੍ਰੇਟ ਕਰਨਾ ਹੈ, ਉਹਨੂੰ ਅਸੀਂ ਪਿੱਛੇ ਨਹੀਂ। ਜੇ ਅਸੀਂ ਇਹ ਕਹੀਏ ਕਿ ਔਰਤਾਂ ਨਾਲ ਵਿਤਕਰਾ ਹੁੰਦਾ ਤੇ ਹੁਣ ਅਸੀਂ ਮਰਦਾਂ ਨਾਲ ਵਿਤਕਰਾ ਕਰਨ ਲੱਗ ਪਈਏ, ਪਰ ਉਹ ਜਿਹੜੀ ਚੀਜ਼ ਆ ਉਹ ਸਾਨੂੰ ਅੱਗੇ ਨਹੀਂ ਲੈ ਕੇ ਜਾਊਗੀ, ਉਹਨੂੰ ਸਾਨੂੰ ਪਿੱਛੇ ਲੈ ਕੇ ਜਾਊਗੀ। ਬਿਲਕੁਲ ਭੈਣ ਜੀ, ਇੱਕ ਜਿਹੜਾ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਕੀਤਾ, ਆਪਣੇ ਵਿਚਾਰਾਂ ਦੇ ਵਿੱਚ ਸਾਂਝਾ ਕੀਤਾ ਕਿ ਜਿਹੜੀ ਔਰਤ ਤੋਂ ਜਦੋਂ ਪ੍ਰੋਪਰਟੀ ਦੇ ਅਧਿਕਾਰ ਖੋਏ ਗਏ ਔਰ ਉਹਨੂੰ ਇੱਕ ਪ੍ਰੋਪਰਟੀ ਦੇ ਵਿੱਚ ਤਬਦੀਲ ਕਰ ਦਿੱਤਾ, ਇਹ ਸਾਡੇ ਸਮਾਜ ਦੀ ਪ੍ਰਥਾ ਵੀ ਰਹੀ ਹੈ। ਮੈਂ ਤੁਹਾਡੇ ਇਹਦੇ ਬਾਰੇ ਵਿਚਾਰ ਜਾਣਨਾ ਚਾਹਾਂਗਾ। ਸ਼ਾਇਦ ਹੁਣ ਥੋੜ੍ਹਾ ਜਿਹਾ ਇਹ ਵਰਤਾਰਾ ਜਿਹੜਾ ਥੋੜ੍ਹਾ ਘੱਟ ਹੈ, ਪਰ ਮੈਨੂੰ ਯਾਦ ਆ ਕਿ ਮੇਰੀ ਮਾਂ ਦੇ ਵੇਲਿਆਂ ਦੇ ਵਿੱਚ, ਮੇਰੀਆਂ ਤਾਈਆਂ ਚਾਚੀਆਂ ਦੇ ਵੇਲਿਆਂ ਦੇ ਵਿੱਚ ਜਦੋਂ ਔਰਤ ਦਾ ਵਿਆਹ ਹੁੰਦਾ ਸੀ, ਚਲੋ ਉਹਨਾਂ ਦਾ ਸਰਨੇਮ ਤਾਂ ਬਦਲਣਾ ਹੀ ਸੀ, ਉਹਦੇ 'ਤੇ ਵੀ ਡਿਬੇਟੇਬਲ ਹੈ, ਯੂਰਪ ਵੀ ਕਰਦੇ ਨੇ, ਪਰ ਉਹਦਾ ਜਿਹੜਾ ਪਹਿਲਾ ਨਾਮ ਵੀ ਸੀ ਉਹ ਵੀ ਬਦਲ ਕੇ ਕੋਈ ਹੋਰ ਰੱਖ ਦਿੱਤਾ ਜਾਂਦਾ ਸੀ।
ਇਸ ਹੱਦ ਤੱਕ ਜਿਹੜਾ ਸੀਗਾ ਉਹ ਔਰਤ ਦੀ ਸ਼ਨਾਖਤ ਨੂੰ ਮਨਫੀ ਕਰਨ ਦੀ ਜਿਹੜੀ ਹੈਗੀ ਆ ਸਮਾਜਿਕ ਤੌਰ ਤੇ ਪ੍ਰਵਾਨਗੀ ਜਿਹੜੀ ਉਹ ਮਿਲੀ ਆ। ਸੋ ਇਹਦੇ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ, ਜਾਂ ਜਿਹੜਾ ਤੁਸੀਂ ਕੰਮ ਕਰ ਰਹੇ ਆ ਸਮਾਜ ਦੇ ਵਿੱਚ, ਇਹਦੇ ਬਾਰੇ ਜਿਹੜੀਆਂ ਸਾਡੀਆਂ ਬੱਚੀਆਂ ਆ, ਸਾਡੀਆਂ ਮਾਵਾਂ ਭੈਣਾਂ ਹੈਗੀਆਂ, ਉਹ ਇਹਦੇ ਬਾਰੇ ਕੀ ਸੋਚ ਰਹੀਆਂ ਹੈਗੀਆਂ? ਕਰਕੇ ਇਹ ਇੰਟਰਜਨਰੇਸ਼ਨਲ ਗੱਲ ਹੈਗੀ ਆ ਕਿ ਜਿਹੜੀਆਂ ਇੱਕ ਦਾਦੀ ਆ, ਇੱਕ ਮਾਂ ਆ, ਇੱਕ ਬੱਚੀ ਆ, ਉਹ ਤਿੰਨੇ ਜਨਰੇਸ਼ਨਾਂ ਇਸ ਸਵਾਲ ਨੂੰ ਉਹ ਕਿੱਦਾਂ ਟੈਕਲ ਕਰਦੀਆਂ? ਤੇ ਨਾਲ ਦੂਜੀ ਸੌਰੀ ਵਿੱਚ ਵੀ ਕਿ ਅਸਲ ਦੇ ਵਿੱਚ ਜਿੱਦਾਂ ਆਪਾਂ ਗੱਲ ਕਰਦੇ ਸੀ ਕਿ ਸਿਰਫ ਨਾਂ ਨਹੀਂ ਬਦਲਦੇ, ਹਾਂਜੀ, ਉਹਦੀ ਹੋਂਦ ਮਿਟਾਉਣ ਦੀ ਇਹ ਕੋਸ਼ਿਸ਼ ਹੈਗੀ ਆ ਵੀ ਤੂੰ ਆਪਣਾ ਪਿਛਲਾ ਭੁੱਲ ਜਾ। ਹਾਂਜੀ, ਬਿਲਕੁਲ। ਇਹ ਨਵਦੀਪ ਜੀ ਇਹਦੇ ਕਈ ਪਹਿਲੂ ਆ ਜੀ, ਇਹਦੇ ਕਈ ਪਹਿਲੂ। ਔਰਤ ਦਾ ਜਿਹੜਾ ਹੋਂਦ ਮਿਟਾਉਣ ਦੇ ਬਹੁਤ ਸਾਰੇ ਪਹਿਲੂ ਆ ਜੀ, ਉਹਦੇ ਵਿੱਚ ਇੱਕ ਨਾਮ ਹੀ ਆਉਂਦਾ ਹੈ। ਹਾਂਜੀ, ਜਦੋਂ ਉਹ ਪੈਦਾ ਹੁੰਦੀ ਆ ਜੀ, ਤੇ ਉਦੋਂ ਉਹਨੇ ਆਪਣੇ ਬਾਪ ਦਾ ਨਾਮ ਲੈਣਾ ਜੀ। ਫਿਰ ਜਦੋਂ ਉਹਦਾ ਸ਼ਾਦੀ ਹੋ ਜਾਣੀ, ਉਹਦੀ ਜਿਹੜੀ ਹੈਗਾ ਘਰ ਹਸਬੈਂਡ ਆ ਜਾਂ ਉਹਦੇ ਸਹੁਰੇ ਘਰ ਦਾ ਜਿਹੜਾ ਨਾਂ ਆ, ਸਰਨੇਮ ਦੀ ਗੱਲ ਕਰਦੇ ਕਿ ਉਹ ਨਾਂ ਉਹਨੂੰ ਦੇ ਦੇਣਾ। ਇਹਦੇ ਨਾਲ ਉਹਦੀ ਆਪਣੀ ਹੋਂਦ, ਔਰਤ ਦੀ ਆਪਣੀ ਹੋਂਦ ਹੀ ਹੈ ਨਹੀਂ ਕੋਈ ਜੀ, ਕੋਈ ਉਹਦੇ ਭਾਵੇਂ ਕੁਛ ਹੱਦ ਦੇ ਵਿੱਚ ਸਮਾਜ ਬਦਲ ਰਿਹਾ, ਪਰ ਉੱਥੇ ਤਾਈਂ ਅਸੀਂ ਹਜੇ ਨਹੀਂ ਪਹੁੰਚੇ। ਜੇ ਅਸੀਂ ਸਿੱਖ ਧਰਮ ਦੀ ਗੱਲ ਕਰ ਲਈਏ ਤੇ ਉਹਦੇ ਵਿੱਚ ਸ਼ਾਇਦ ਔਰਤਾਂ ਨੂੰ ਉੱਚਾ ਚੁੱਕਣ ਵਾਸਤੇ ਹੀ ਸਰਨੇਮ ਮਿਟਾਇਆ ਗਿਆ ਸੀ ਜੀ, ਕਿ ਨਾ ਮਰਦ ਦਾ ਸਰਨੇਮ ਨਾ ਔਰਤ ਦਾ ਸਰਨੇਮ। ਜੇ ਮਰਦ ਜਿਹੜਾ ਉਹ ਸਿੰਘ ਲਾਊਗਾ, ਔਰਤ ਕੋਰ ਲਾਊਗੀ, ਉਹਦੇ ਨਾਲ ਉਹ ਜਿਹੜੀ ਚੀਜ਼ ਹੈ ਉਹ ਮਿਟ ਜਾਂਦੀ ਹੈ। ਪਰ ਅਸੀਂ ਸਮਾਜ ਨੇ ਉਹ ਉੱਥੇ ਤਾਈਂ ਆਪਣੇ ਆਪ ਨੂੰ ਨਹੀਂ ਲੈ ਕੇ ਗਏ ਕਿ ਜਿੱਥੇ ਅਸੀਂ ਔਰਤ ਨੂੰ ਵੀ ਉਹੀ ਤਰਜੀਹ ਦੇ ਸਕੀਏ, ਉਹੀ ਇਕੁਐਲਿਟੀ ਦੇ ਸਕੀਏ, ਉਹਦੀ ਹੋਂਦ ਨੂੰ ਮਿਟਾਉਣ ਦੀ ਕੋਸ਼ਿਸ਼ ਨਾ ਕਰੀਏ। ਔਰਤ ਦੀ ਹੋਂਦ ਇਕੱਲਾ ਨਾਂ ਦੇ ਨਾਲ ਨਹੀਂ ਮਿਟੀ, ਉਹਦੀ ਹੋਂਦ ਤੇ ਬਹੁਤ ਚੀਜ਼ਾਂ ਦੇ ਨਾਲ ਮਿਟੀ ਹੈ ਕਿ ਅਸੀਂ ਉਹਦੀ ਜਨਮ ਦੇ ਉੱਤੇ ਅਸੀਂ ਮੱਥੇ ਵੱਟ ਪਾਉਂਦੇ ਹਾਂ, ਅਸੀਂ ਅਫਸੋਸ ਜ਼ਾਹਰ ਕਰਦੇ ਹਾਂ ਕਿ ਕੋਈ ਪੱਥਰ ਜੰਮ ਪਿਆ, ਹਨੇਰੀ ਆ ਗਈ, ਕੋਈ ਨਹੀਂ ਮੀਂਹ ਵੀ ਆਊਗਾ, ਇੱਦਾਂ ਦੀਆਂ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ। ਦੂਸਰੀ ਅਸੀਂ ਚੀਜ਼ ਹੈ ਕਿ ਅਸੀਂ ਇਹ ਕੋਸ਼ਿਸ਼ ਸਦੀਆਂ ਤੋਂ ਚੱਲਿਆ ਆ ਰਿਹਾ ਇੰਡੀਆ, ਭਾਰਤ ਦੇ ਵਿੱਚ ਔਰ ਅਫਰੀਕਾ ਦੇ ਵਿੱਚ ਵੀ, ਚਾਈਨਾ ਦੇ ਵਿੱਚ ਵੀ। ਮੈਂ ਹੈਰਾਨ ਹੁੰਦੀ ਹਾਂ ਕਿ ਜਦੋਂ ਮੈਂ ਰਿਸਰਚ ਕਰ ਰਹੀ ਸੀਗੀ, ਮੈਂ ਥੋੜ੍ਹੇ ਜਿਹੇ ਆਰਟੀਕਲ ਲਿਖੇ ਹੁਣ ਰੀਸੈਂਟਲੀ, ਉਹਨਾਂ ਵਾਸਤੇ ਮੈਂ ਰਿਸਰਚ ਕਰ ਰਹੀ ਸੀ, ਤੇ ਮੈਨੂੰ ਪਤਾ ਲੱਗਿਆ ਕਿ ਈਵਨ ਪੂਰੀ ਦੁਨੀਆ ਦੇ ਵਿੱਚ ਹੀ ਤਕਰੀਬਨ ਔਰਤਾਂ ਨੂੰ ਜਨਮ ਦੇ ਸਮੇਂ ਤੇ ਅਫਸੋਸ ਜ਼ਾਹਰ ਕਰਨਾ, ਉਹਨਾਂ ਨੂੰ ਮਾਰ ਦੇਣਾ। ਔਰ ਅੱਜ ਵੀ ਇਹ ਪ੍ਰਥਾ ਜਿਹੜੀ ਆ ਪੰਜਾਬ 'ਚ ਹੀ ਨਹੀਂ, ਇਕੱਲੇ 'ਚ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਆ। ਸਿਰਫ ਇੱਕ ਕੇਰਲਾ ਆ ਜਿੱਥੇ ਔਰਤਾਂ ਦੀ ਗਿਣਤੀ ਜਿਹੜੀ ਉਹ ਮਰਦਾਂ ਨਾਲੋਂ ਜ਼ਿਆਦਾ ਹੈ, ਔਰ ਜਿਹੜੇ ਬਾਕੀ ਦੇ ਸਾਰਾ ਹਿੰਦੁਸਤਾਨ ਆ ਉਹਦੇ ਵਿੱਚ ਔਰਤਾਂ ਦੀ ਗਿਣਤੀ ਜਿਹੜੀ ਮਰਦਾਂ ਦੇ ਮੁਕਾਬਲੇ 5%, ਨੀਅਰਲੀ 5% ਘੱਟ ਆ। ਤੇ ਉਹ ਜਿਹੜੀ ਪ੍ਰਥਾ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਬਹੁਤ ਸਾਰੀਆਂ ਹੋਰ ਜਿਹੜੀਆਂ ਮੁਸ਼ਕਲਾਂ ਆ ਉਹ ਪੈਦਾ ਹੁੰਦੀਆਂ। ਉਹਦੇ ਨਾਲ ਔਰਤ ਦੇ ਉੱਤੇ ਵਾਇਲੈਂਸ, ਜਿਹੜਾ ਡੋਮੈਸਟਿਕ ਵਾਇਲੈਂਸ, ਘਰੇਲੂ ਹਿੰਸਾ, ਉਹਦੇ ਵਿੱਚ ਸੈਕਸੁਅਲ ਹਰਾਸਮੈਂਟ, ਸੈਕਸੁਅਲ ਅਬਿਊਜ਼, ਔਰਤਾਂ ਦਾ ਇੰਡੀਪੈਂਡੈਂਟ ਨਾ ਹੋਣਾ ਕਿ ਕਿਉਂਕਿ ਉਹਨਾਂ ਨੂੰ ਬਾਪ ਦੀ ਜਿਹੜੀ ਪ੍ਰਾਪਰਟੀ ਆ ਉਹਦੇ ਤੋਂ ਵਾਂਝਿਆ ਰੱਖਿਆ ਜਾਂਦਾ। ਉਹ ਸਿਰਫ ਤੇ ਸਿਰਫ ਮੁੰਡਿਆਂ ਨੂੰ ਅਸੀਂ ਜਿਹੜੀ ਪ੍ਰਾਪਰਟੀ ਦਿੰਦੇ ਆ, ਕੁੜੀਆਂ ਨੂੰ ਦਿੰਦੇ। ਇਹਦੇ ਨਾਲ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਹਾਂ ਕਿ ਆਮ ਤੌਰ 'ਤੇ ਮੈਂ ਆਮ ਤੌਰ 'ਤੇ ਸੁਣਿਆ, ਮੈਨੂੰ ਅਟੈਕ ਹੁੰਦੇ ਆ ਕਈ ਵਾਰੀ ਕਿ ਅਸੀਂ ਦਾਜ ਦੀ ਪ੍ਰਥਾ ਜਿਹੜੀ ਉਹਦੇ ਅਸੀਂ ਖਿਲਾਫ ਆ ਕਿ ਦਾਜ ਨਹੀਂ ਹੋਣਾ ਚਾਹੀਦਾ। ਮੈਨੂੰ ਫਿਰ ਲੋਕੀ ਕਹਿੰਦੇ ਕਿ ਜਦੋਂ ਮੈਂ ਇਹ ਕਹਿੰਦੀ ਆ ਕਿ ਉਹਨਾਂ ਨੂੰ ਪ੍ਰਾਪਰਟੀ ਦਾ ਰਾਈਟ ਹੋਣਾ ਚਾਹੀਦਾ ਲੜਕੀਆਂ ਨੂੰ, ਤੇ ਉਹ ਕਹਿੰਦੇ ਕਿ ਤੁਸੀਂ ਦਾਜ ਮੰਗਦੇ ਉਲਟੇ ਹਿਸਾਬ ਨਾਲ, ਦਾਜ ਦਾ ਹੀ ਦੂਸਰਾ ਹਿੱਸਾ ਜਿਹੜਾ ਉਹ ਤੁਸੀਂ ਮੰਗ ਰਹੇ ਆ। ਪਰ ਇਹ ਬਿਲਕੁਲ ਗਲਤ ਧਾਰਨਾ ਆ, ਕਿਉਂਕਿ ਜਿਹੜੇ ਦਾਜ ਆ ਉਹ ਇੱਕ ਸਾਡੇ ਵਾਸਤੇ ਇੱਕ ਕੋਡ ਬਣ ਗਿਆ, ਇਹ ਸ਼ਰਾਪ ਬਣ ਚੁੱਕਾ। ਦੂਸਰਾ ਜਿਹੜਾ ਪ੍ਰਾਪਰਟੀ ਦਾ ਰਾਈਟ ਆ ਉਹ ਇਹ ਹਿਊਮਨ ਰਾਈਟ ਆ, ਔਰ ਜਨਮ ਸਿੱਧ
ਰਾਈਟ ਹੈ Right ਹੈ, ਕਿ ਬਿਲਕੁਲ। ਇਹ ਬਰਾਬਰਤਾ ਦਾ ਹੱਕ ਆ ਹਾਂਜੀ। ਕਿ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਬੇਟਿਆਂ ਨੂੰ ਦਿੰਦੇ ਆ ਜਾਇਦਾਦ ਦਾ ਹੱਕ, ਉਹ ਲੜਕੀ ਨੂੰ ਵਾਂਝਿਆ ਰੱਖ ਕੇ ਉਹਨੂੰ ਅਸੀਂ ਇਨਇਕੁਐਲਿਟੀ ਨੂੰ ਪ੍ਰਮੋਟ ਕਰਦੇ ਆ, ਜੀ। ਨਾ ਕਿ ਇਕੁਐਲਿਟੀ। ਭਾਵੇਂ ਅਸੀਂ ਜਿੰਨਾ ਮਰਜ਼ੀ ਕਹੀ ਜੇ ਅਸੀਂ ਦੋਨਾਂ ਨੂੰ ਇੱਕੋ ਜਿਹਾ ਰੱਖਦੇ ਹਾਂ, ਠੀਕ ਹੈ, ਬਹੁਤ ਕੁਛ ਬਦਲਿਆ ਕਿ ਅੱਗੇ ਪਹਿਲਾਂ ਤੇ ਰੋਟੀ ਵੀ ਵਿਚਾਰੀ ਕੁੜੀਆਂ ਨੂੰ ਹੋਰ ਤਰ੍ਹਾਂ ਦੀ ਮਿਲਦੀ ਸੀ, ਮੁੰਡਿਆਂ ਨੂੰ ਹੋਰ ਤਰ੍ਹਾਂ ਬਿਲਕੁਲ। ਮਿਲਦੀ ਸੀ, ਉਹਨਾਂ ਦੇ ਕੱਪੜੇ ਪਾਉਣ ਦਾ ਢੰਗ, ਕੁਛ ਐਜੂਕੇਸ਼ਨ ਜਿਹੜੀ ਉਹ ਅੱਜ ਵੀ ਔਰਤਾਂ ਜਿਹੜੀਆਂ ਇੰਡੀਆ ਦੇ ਵਿੱਚ ਔਰਤਾਂ ਆ ਉਹਨਾਂ ਨੂੰ ਐਜੂਕੇਸ਼ਨ 53% ਔਰਤਾਂ ਐਜੂਕੇਟਡ ਆ, ਜੀ। ਬਾਕੀ ਦੀਆਂ ਜਿਹੜੀਆਂ 47% ਔਰਤਾਂ ਜਿਹੜੀਆਂ ਹਜੇ ਵੀ ਉਹਨਾਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ, ਇਸ ਕਰਕੇ ਕਿ ਇਹਨੇ ਪੜ੍ਹ ਕੇ ਕੀ ਕਰਨਾ, ਮੁੰਡੇ ਨੂੰ ਪੜ੍ਹਾਓ। ਬਿਲਕੁਲ। ਇਹ ਜਿਹੜੀ ਧਾਰਨਾ ਹੈ ਕਿ ਪ੍ਰੋਪਰਟੀ ਨਹੀਂ ਦੇਣੀ, ਇਹਦੇ ਨਾਲ ਇੱਕ ਹੈਗਾ ਕਿ ਇਹ ਇੱਕ ਹੋਂਦ ਆ, ਹਾਂਜੀ। ਔਰਤਾਂ ਦੀ ਹੋਂਦ ਦਾ ਪ੍ਰਤੀਕ ਆ ਜੀ। ਕਿ ਬਾਪ ਆਪਣੇ ਜਾਇਦਾਦ ਦੀ ਵੰਡ ਕਰਦੇ ਸਮੇਂ ਉਹ ਇਹ ਕਹਿੰਦਾ ਕਿ ਮੇਰੇ ਇੰਨੇ ਬੱਚੇ ਆ, ਜੀ। ਇਹ ਨਹੀਂ ਕਿ ਮੇਰੇ ਇੰਨੇ ਲੜਕੇ ਆ। ਲੜਕੇ ਆ ਜਾਂ ਲੜਕੀਆਂ, ਜੀ। ਲੜਕੀਆਂ ਨੂੰ ਬਿਲਕੁਲ ਪਾਸੇ ਕਰ ਦੇਣਾ ਤੇ ਲੜਕਿਆਂ ਨੂੰ ਹੀ ਤਰਜੀਹ ਦੇਣੀ, ਉਹਨਾਂ ਜੀ। ਦੀ ਹੋਂਦ ਹੀ ਖਤਮ ਕਰ ਦੇਣੀ। ਜਿਸ ਤਰ੍ਹਾਂ ਤੁਸੀਂ ਕਿਹਾ ਨਾਵਾਂ ਨਾਲ, ਜੀ। ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਔਰਤਾਂ ਦੀ ਜਿਹੜੀ ਹੋਂਦ ਆ ਉਹ ਖਤਮ ਕੀਤੀ ਜਾਂਦੀ ਹੈ। ਬਿਲਕੁਲ। ਭਗਵੰਤ ਜੀ ਤੁਸੀਂ ਕੁਛ ਕਰੋ। ਹਾਂ, ਨਾਵਾਂ ਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਆਪਾਂ, ਹਾਂਜੀ। ਵੀ ਜਿੱਥੇ ਸਾਡੇ ਘਰ ਆਪਾਂ ਸਾਰੇ ਹੈਗੇ, ਜਦ ਸਾਡੇ ਘਰ ਨੌਂ ਆਉਂਦੀ ਆ ਜੀ। ਤੇ ਜਾਂ ਸਾਡੀ ਧੀ ਕਿਸੇ ਦੇ ਘਰ ਵਿਆਹ ਕੇ ਜਾਂਦੀ ਆ, ਤੇ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਉਸ ਦਾ ਸਰਨੇਮ ਤਾਂ ਇੰਗਲੈਂਡ ਦੇ ਵਿੱਚ ਵੀ ਨਾ ਜੋ ਡਿਵੈਲਪ ਕੰਟਰੀ ਆ, ਇੱਥੇ ਵੀ ਉਹ ਬਦਲ ਜਾਂਦਾ, ਜਿਹੜਾ ਜੈਂਡਰ ਜਿਹੜੀ ਮਰਦ ਪ੍ਰਧਾਨ ਹੈ ਉਸ ਦਾ ਗੋਤ ਲਾ ਦਿੱਤਾ ਜਾਂਦਾ। ਤੇ ਜਿਹੜੀ ਇੱਕ ਸਾਈਕੋਲੋਜੀਕਲੀ ਹੋਰ ਹੈਗੇ, ਤੁਸੀਂ ਸ਼ਾਇਦ ਬਹੁਤਿਆਂ ਨੂੰ ਆਪਾਂ ਨੂੰ ਪਤਾ ਹੋਗਾ ਕਿ ਇੱਕ ਇੰਡੀਆ ਦੇ ਵਿੱਚ ਆਪਣੇ ਪੰਜਾਬ 'ਚ ਘੱਟ ਆ, ਤੇ ਜਿਉਂ ਆਪਾਂ ਸਾਊਥ ਨੂੰ ਜਾਂਦੇ ਹਾਂ ਜਾਂ ਇੱਧਰ ਨੂੰ, ਤਾਂ ਇਹ ਹੈ ਕਿ ਔਰਤ ਆਪਣੇ ਜਿਹੜਾ ਪਤੀ ਆ ਉਸ ਦਾ ਨਾਂ ਵੀ ਨਹੀਂ ਲੈ ਸਕਦੀ, ਮਤਲਬ ਕਿ ਉਸ ਨੂੰ ਦਿਮਾਗੀ ਤੌਰ 'ਤੇ ਗੁਲਾਮ ਬਣਾਇਆ ਜਾਂਦਾ ਕਿ ਤੂੰ ਬਿਲਕੁਲ ਕੁਛ ਵੀ ਨਹੀਂ ਹੈਗੀ ਹੈ, ਤੂੰ ਆਪਣੇ ਘਰ ਵਾਲੇ ਦਾ ਨਾਂ ਵੀ ਨਹੀਂ ਲੈ ਸਕਦੀ। ਇਹਦੇ ਲਈ ਕੀ ਆ, ਉਹਨਾਂ ਨੇ ਉਸ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਅੰਧ ਵਿਸ਼ਵਾਸ ਫੈਲਾਏ ਹੋਏ ਨੇ ਕਿ ਜੇ ਇੱਕ ਔਰਤ ਆਪਣੇ ਘਰ ਵਾਲੇ ਦਾ ਨਾਂ ਲੈਂਦੀ ਆ ਤੇ ਉਹਦੀ ਉਮਰ ਘਟਦੀ ਹੈ, ਕਹਿੰਦੇ ਉਹਨੂੰ ਇੰਨਾ ਡਰਾਇਆ ਆ, ਧਮਕਾਇਆ ਆ, ਉਹਦੇ ਜਿਹੜੀ ਦਹਿਸ਼ਤ ਦਿਮਾਗ 'ਚ ਬਿਠਾਈ ਆ। ਇਹ ਸਮਾਜ ਵੱਲੋਂ ਆ, ਇਹ ਧਾਰਮਿਕ ਅਦਾਰਿਆਂ ਵੱਲੋਂ ਹੈਗੀ ਆ। ਤੇ ਮੈਂ ਫਿਰ ਕਈ ਵਾਰ ਆਪਣੇ, ਤੁਸੀਂ ਕਹਿਣਾ ਜੀ ਹਾਸੇ ਦੀ ਗੱਲ ਕਰਦਾ, ਕਿ ਮੈਂ ਇਹ ਸੋਚਦਾ ਵੀ ਜੇ ਇੰਗਲੈਂਡ ਦੇ ਵਿੱਚ ਪੀਟਰ ਵਿਚਾਰਾ, ਉਹ ਤਾਂ ਫਿਰ ਉਹ ਮੈਂ ਵਿਆਹ ਹੋਣ ਤੋਂ 5 ਸਾਲ ਦੇ ਵਿੱਚ ਉਹਦਾ ਤਾਂ ਗਤੀ ਹੋ ਜੂਗੀ ਉਹਦੀ, ਤਾਂ ਜਦੋਂ ਇੱਥੇ ਇੰਗਲੈਂਡ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੀਟਰ ਕਮ ਆ, ਪੀਟਰ ਡੂ ਦਿਸ, ਪੀਟਰ ਉਹ, ਮਤਲਬ ਕਿ ਉਹ ਤਾਂ ਫਿਰ ਇਸ ਹਿਸਾਬ ਨਾਲ ਜੇ ਹੁੰਦਾ ਤੇ ਸਾਡੇ ਲੋਕਾਂ ਨੂੰ ਇਹ ਸੋਚਣ ਲਈ ਹੋਊਗਾ ਕਿ ਉਹ ਤਾਂ ਵਿਚਾਰਾ ਸ਼ਾਮ ਤੱਕ ਜਾਂ ਥੋੜ੍ਹੇ ਦਿਨਾਂ ਦੇ ਵਿੱਚ ਪੀਟਰ ਦੀ ਤਾਂ ਜ਼ਿੰਦਗੀ ਉਹਨੇ ਖਤਮ ਕਰ ਦੇਣੀ ਆ। ਔਰ ਜੇ ਇਸ ਤਰ੍ਹਾਂ ਹੁੰਦੀ ਤਾਂ ਫਿਰ ਮੇਰਾ ਨਾਲ ਇਹ ਵੀ ਸੋਚਦਾ ਹੁੰਦਾ ਕਈ ਵਾਰ ਵੀ ਫਿਰ ਡਿਵੋਰਸ ਕਰਨ ਦੀ ਲੋੜ ਵੀ ਨਹੀਂ ਸੀ, ਪੀਟਰ ਦਾ ਜਾਪ ਸ਼ੁਰੂ ਕਰ ਦਿਓ, ਪੀਟਰ ਤਾਂ ਵਿਚਾਰਾ ਆਪੇ ਸ਼ਾਮ ਤੱਕ ਸਾਫ਼ ਹੋ ਜਾਊਗਾ। ਸੋ ਇਹ ਮਤਲਬ ਕਹਿਣਾ ਵੀ ਜਿਹੜੀ ਗੱਲ ਵੱਡੀ ਆ ਉਹਦੇ 'ਚ ਇਹ ਦਿਖਾਇਆ ਉਹਨਾਂ ਨੇ ਕਿ ਅਸਲ ਦੇ ਵਿੱਚ ਸਾਈਕੋਲੋਜੀਕਲੀ ਉਹ ਤੁਹਾਨੂੰ ਬੰਨ੍ਹਣ ਦੀ ਕੋਸ਼ਿਸ਼ ਕਰਦੇ ਨੇ। ਦਿਮਾਗੀ ਤੌਰ 'ਤੇ ਜਿਹੜੀ ਦਿਮਾਗੀ ਗੁਲਾਮੀ ਆ ਉਹ ਜਿਵੇਂ ਇਹ ਜ਼ਰੂਰ ਹੈਗੀ ਆ। ਇਹਦੇ ਵਿੱਚ ਸਾਡਾ ਜਿਹੜਾ ਸਮਾਜ ਆ, ਜਿਹੜਾ ਸਾਡਾ ਕਲਚਰ ਆ, ਜਿਹਦਾ ਕਿ ਧਰਮ, ਸਾਡੀ ਰਾਜਨੀਤੀ, ਸਾਡੀ ਆਰਥਿਕਤਾ ਸਾਰੀ ਉਹਦੇ 'ਚ ਆਉਂਦੀ ਆ। ਤੇ ਉਹ ਜਿਹੜੀ ਕਿ ਇੱਕ ਤੁਲਸੀਦਾਸ ਦਾ ਉਹਨਾਂ ਨੇ ਬਹੁਤ ਗਲਤ ਇੱਕ ਦੋਹਾ ਉਹ ਲਿਖਿਆ, ਬੇਸ਼ੱਕ ਮੈਂ ਮਾਹਿਰ ਦਾ ਗੁੱਸਾ ਲੱਗੇ ਕਿ ਉਹਨਾਂ ਨੇ ਬਈ ਢੋਲ ਗੁਆਰ ਔਰ ਨਾਰੀ ਹੈ ਨਾ, ਇਹਨਾਂ ਨੂੰ ਉਹਨਾਂ ਨੇ ਤਾੜਨ ਕੇ ਅਧਿਕਾਰੀ ਕਿਹਾ ਆ ਉਹਨਾਂ ਨੂੰ, ਮਤਲਬ ਕਿ ਇੱਕ ਐਨੀ, ਮਤਲਬ ਕਿ ਜਦੋਂ ਢੋਰ ਮਤਲਬ ਕਿ ਜਾਨਵਰ ਤੇ ਔਰਤ, ਹਾਂਜੀ ਹੈ ਨਾ, ਤੇ ਗੁਲਾਮ ਜਿਹੜਾ ਹੈਗਾ, ਇਹਨਾਂ ਨੂੰ ਕੁੱਟਦੇ ਰਹੋ ਤਾਂ ਜਾ ਕੇ ਠੀਕ ਰਹਿੰਦੇ ਨੇ। ਤੇ ਜਿਹੜੀ ਇਹ ਸਾਈਕੋਲੋਜੀ ਇਸ ਤਰ੍ਹਾਂ ਦੀ ਹੈ ਕਿ ਸਾਡੇ ਸਮਾਜ ਦੇ ਵਿੱਚ ਇਹ ਬਹੁਤ ਹੀ ਮਾੜੀ ਹੈਗੀ ਆ। ਤੇ ਜਿੱਦਾਂ ਭੈਣ ਜੀ ਨੇ ਦੱਸਿਆ ਕਿ ਅਸਲ ਦੇ ਵਿੱਚ ਕੀ ਆਪਾਂ ਆਮ ਘਰਾਂ 'ਚ ਦੇਖਦੇ ਰਹੇ ਹਾਂ ਬਈ ਪੁਰਾਣੇ ਜ਼ਮਾਨੇ ਵਿੱਚ ਕੁੜੀ ਆ, ਉਹਨੂੰ ਦੁੱਧ ਨਹੀਂ ਸੀ ਦਿੱਤਾ ਜਾਂਦਾ ਜੀ। ਜੇ ਦੁੱਧ ਘਰ 'ਚ ਘੱਟ ਆ ਨਾ, ਮੁੰਡਿਆਂ ਨੂੰ ਦੁੱਧ ਪਹਿਲਾਂ ਮਿਲੂਗਾ, ਕੁੜੀ ਨੂੰ ਦੁੱਧ ਬਾਅਦ 'ਚ ਮਿਲੂਗਾ। ਬਿਲਕੁਲ। ਤੇ ਜਿਹੜੀ ਕਿ ਇਸ ਤਰ੍ਹਾਂ ਦੀ ਜਿਹੜੀ ਉਹ ਸਰੀਰਕ ਤੌਰ 'ਤੇ ਵੀ ਉਹਨੂੰ ਚਾਹੁੰਦੇ ਸੀ ਕਿ ਕਿਸ ਤਰ੍ਹਾਂ ਵੱਡੀ ਹੋਵੇ ਜਾਂ ਡਿਵੈਲਪ ਹੋਵੇ। ਇਹ ਸਾਡੇ ਸਮਾਜ ਦੇ ਵਿੱਚ ਜਿਹੜਾ ਕੁਛ ਹੈਗਾ, ਹੁਣ ਸਾਡੀਆਂ ਭੈਣਾਂ, ਸਾਡੀਆਂ ਲੜਕੀਆਂ, ਸਾਡੀ ਬੇਟੀਆਂ ਉਹ ਇਸ ਗੱਲ ਨੂੰ ਸਮਝਦੀ ਪਈਆਂ। ਤੇ ਉਮੀਦ ਹੈਗਾ ਕਿ ਜਿਹੜਾ ਨਾਰੀ ਦਿਵਸ ਹੈਗਾ, ਵੂਮਨਸ ਡੇ ਆ, ਇਸ ਦੇ ਜਿਹੜੇ
ਕਿ ਕਾਹਦੇ ਕਰਕੇ ਮਨਾਇਆ ਜਾਂਦਾ, ਕਿੱਥੋਂ ਸ਼ੁਰੂ ਹੋਇਆ ਸੀਗਾ, ਭੈਣ ਹੁਣੀ ਦੱਸਣਗੇ। ਤੇ ਇਹਦੇ ਵਿੱਚ ਅਸੀਂ ਜਾਵਾਂਗੇ ਤੇ ਸਾਨੂੰ ਆਪਣੇ ਅਧਿਕਾਰਾਂ ਦਾ ਖਾਸ ਕਰਕੇ ਸਾਨੂੰ ਪਤਾ ਲੱਗਣਾ ਚਾਹੀਦਾ ਤੇ ਉਹਨਾਂ ਨਾਲ ਜਿਹੜਾ ਕਿ ਅਸੀਂ ਰਲ ਕੇ ਜਿਹੜਾ ਸਮਾਜ ਹੈ, ਮਰਦ ਹੈ, ਉਹਦੇ ਨਾਲ ਰਲ ਕੇ ਅਸੀਂ ਮਤਲਬ ਕਿ ਇਹ ਹੱਕਾਂ ਨੂੰ ਜਿੱਤਣਾ। ਜਿੱਦਾਂ ਕਿ ਦੱਸਿਆ ਕਿ ਨਾ ਕਿ ਅਸੀਂ ਇਹ ਨਹੀਂ ਸੋਚਣਾ ਕਿ ਜਿਹੜਾ ਅੱਜ ਔਰਤ ਨਾਲ ਜਿਹੜਾ ਅੱਜ ਧੱਕਾ ਹੁੰਦਾ ਪਿਆ ਉਹ ਇੱਕ ਇਕੱਲੇ ਮਰਦ ਦਾ, ਉਹਦੇ ਘਰ ਵਾਲੇ ਦਾ ਉਹਦੇ 'ਚ ਕਸੂਰ ਹੈ ਇਕੱਲੇ ਦਾ। ਇਸ 'ਚ ਜਿਹੜਾ ਸਾਰਾ ਸਾਡਾ ਸਮਾਜ, ਸਾਡਾ ਸੁਸਾਇਟੀ ਹੈ, ਸਾਡਾ ਕਲਚਰ ਹੈ, ਉਹ ਉਹਦੇ 'ਚ ਇਨਵੋਲਵ ਹੈ, ਉਹਦੇ 'ਚ ਗਰਸਿਆ ਆ। ਅਤੇ ਜਿਸ ਨਾਲ ਇਹ ਸਾਰਾ ਕੁਛ ਹੁੰਦਾ ਪਿਆ, ਸਾਡੇ ਭੈਣਾਂ ਨੂੰ ਆਪਣਿਆਂ ਨੂੰ ਮੈਂ ਇਹ ਗੱਲ ਕਹਾਂ ਕਿ ਸਾਡੀ ਦੁਸ਼ਮਣੀ ਆ ਜੇ ਸਾਡੇ ਅਧਿਕਾਰ ਸਾਡੇ ਭਰਾਵਾਂ ਨੇ, ਸਾਡੇ ਘਰ ਵਾਲੇ ਆ ਜਿਹੜੇ ਉਹਨਾਂ ਨੇ ਨਹੀਂ ਮਾਰੇ ਹੋਏ, ਉਹਨਾਂ ਨੂੰ ਜਿਹੜਾ ਸਮਾਜ ਨੇ ਇਸ ਤਰ੍ਹਾਂ ਡਿਵੈਲਪ ਕੀਤਾ ਹੋਇਆ ਵੀ ਜਿਹੜਾ ਦੇ 'ਚ ਉਹ ਇਸ ਤਰ੍ਹਾਂ ਕਰਦੇ ਨੇ ਅਤੇ ਉਹਨਾਂ ਨੂੰ ਸਿੱਖਿਆ ਦੀ ਲੋੜ ਹੈ। ਜਿੱਦਾਂ ਭੈਣਾਂ ਨੂੰ ਦੱਸਿਆ ਕਿ ਸਾਡਾ ਉਹਨਾਂ ਨਾਲ ਦੁਸ਼ਮਣਾਨਾ ਟੱਕਰ ਨਹੀਂ ਸਾਡੀ ਉਹਨਾਂ ਨਾਲ ਸਾਡੇ ਇੱਕ ਸਮਝ ਦੀ ਫਰਕ ਹੈਗਾ, ਜਿਹੜਾ ਸਮਝ ਕੇ ਸਾਨੂੰ ਸਮਝਾਉਣਾ ਪੈਣਾ ਅਤੇ ਸਮਾਜ ਨੂੰ ਇਹਦੇ ਲਈ ਮੂਹਰੇ ਆ ਕੇ ਕਰਨਾ ਪੈਣਾ। ਬਿਲਕੁਲ। ਇਸੇ ਗੱਲ ਨੂੰ ਅੱਗੇ ਲਿਜਾਂਦੇ ਹੋਏ ਮੈਂ ਕਹਿੰਦੀ ਕਿ ਜਿਹੜੇ ਆਹ ਕਹਿੰਦੇ ਵੀ ਜੇ ਨਾ ਔਰ ਮਰਦ ਦਾ ਨਾਂ ਲੈਣ ਦੇ ਨਾਲ ਉਹਦੀ ਉਮਰ ਘਟਦੀ, ਵੀ ਜਦੋਂ ਔਰਤ ਦਾ ਨਾਂ ਲੈਂਦੇ ਔਰਤ ਦੀ ਤਾਂ ਨਹੀਂ ਉਮਰ ਘਟਦੀ ਕਿ ਔਰਤ ਦੀ ਉਮਰ ਦੀ ਲੋੜ ਹੀ ਨਹੀਂ ਗੀ ਕਿ ਇਹ ਸਾਨੂੰ ਅਸੀਂ ਜਾਣਦੇ ਹੋਏ ਕਿ ਸਮਾਜ ਚੱਲ ਹੀ ਨਹੀਂ ਸਕਦਾ ਜਿੰਨਾ ਚਿਰ ਔਰਤਾਂ ਨਹੀਂ ਹੈਗੀਆਂ। ਨਾ ਸਮਾਜ ਮਰਦਾਂ ਤੋਂ ਬਿਨਾਂ ਚੱਲ ਸਕਦਾ, ਨਾ ਸਮਾਜ ਔਰਤਾਂ ਤੋਂ ਬਿਨਾਂ ਚੱਲ ਸਕਦਾ। ਤੇ ਇਸ ਵਾਸਤੇ ਇਹ ਕਹਿਣਾ ਕਿ ਇਹ ਜਿਹੜੀ ਚੀਜ਼ਾਂ ਆ ਇਹ ਸਾਨੂੰ ਧਾਰਮਿਕ, ਜਿਹੜੀ ਤੁਸੀਂ ਗੱਲ ਕੀਤੀ ਕਿ ਉਹ ਢੋਰ ਐਂਡ ਨਾਰੀ ਦੋਨੋਂ ਤਾੜਨ ਕੇ ਹਟਦਾ, ਇਹ ਇਕੱਲਾ ਇੰਨਾ ਹੀ ਨਹੀਂ ਕਿਹਾ ਗਿਆ, ਇਹ ਮਨੂ ਸਮ੍ਰਿਤੀ ਵਿੱਚੋਂ ਆਉਂਦਾ ਹੈ। ਮਨੂ ਸਮ੍ਰਿਤੀ ਨੇ ਔਰਤਾਂ ਨੂੰ ਇੰਨਾ ਨੀਵਾਂ ਕਰਕੇ ਦਿਖਾਇਆ ਕਿ ਉਹ ਹੁਣ ਫਿਰ ਮੁੜ ਕੇ ਸਾਨੂੰ ਇਹ ਡਰ ਆ ਕਿ ਜਿਹੜਾ ਅੱਜ ਜਿਹੜੀ ਸਾਡੀ ਸਰਕਾਰ ਆ ਇੰਡੀਆ ਦੇ ਵਿੱਚ, ਤੇ ਉਹ ਮੁੜ ਕੇ ਜਿਹੜੀ ਕਿ ਅਸੀਂ ਬਿਲਕੁਲ ਮਨੂ ਸਮ੍ਰਿਤੀ ਨੂੰ ਅਸੀਂ ਰਿਜੈਕਟ ਕਰ ਚੁੱਕੇ ਹਾਂ, ਬਹੁਤ ਚਿਰਾਂ ਤੋਂ ਅਸੀਂ ਰਿਜੈਕਟ ਕਰ ਚੁੱਕੇ ਕਿ ਨਹੀਂ ਇਹਦੀ ਸਾਡੇ ਸਮਾਜ ਦੇ ਵਿੱਚ ਇਹਦੀ ਕੋਈ ਥਾਂ ਨਹੀਂ, ਇਸ ਅੱਜ ਦੀ ਸਦੀ ਦੇ ਵਿੱਚ ਇਹਦੇ ਦੀ ਕੋਈ ਥਾਂ ਨਹੀਂ। ਪਰ ਜਿਹੜਾ ਹਿੰਦੂਤਵ ਆਈਡੀਓਲੋਜੀ ਦੇ ਥੱਲੇ ਸਾਡੀ ਸਰਕਾਰ ਮੁੜ ਕੇ ਉਹਨੂੰ ਇੰਟਰੋਡਿਊਸ ਕਰਨਾ ਚਾਹੁੰਦੀ ਹੈ ਔਰ ਉਸ ਚੀਜ਼ ਨੂੰ ਸਾਨੂੰ ਆਪਣੇ ਧਿਆਨ 'ਚ ਰੱਖ ਕੇ ਉਹਦੇ ਖਿਲਾਫ ਅਸੀਂ ਲੜਾਈ ਦੇਣੀ। ਇੱਕ ਇਹ ਵੀ ਸਾਡੇ ਸਾਹਮਣੇ ਇੱਕ ਚੁਣੌਤੀ ਆ ਕਿ ਜੇ ਉਹ ਮਨੂ ਸਮ੍ਰਿਤੀ ਮੁੜ ਕੇ ਆਉਂਦੀ ਹੈ ਸਾਡੇ ਸਮਾਜ, ਅੱਬਲ ਤੇ ਸਾਡੇ ਆਪਣੇ ਲੋਕ ਜਿਹੜੇ ਆ ਉਹ ਬਹੁਤ ਪੜ੍ਹੇ ਲਿਖੇ ਆ, ਬਹੁਤ ਜਾਣਕਾਰੂ ਆ, ਉਹਨਾਂ ਨੇ ਸ਼ਾਇਦ ਉਹ ਨਹੀਂ ਹੋਣ ਦੇਣਗੇ, ਪਰ ਕਿਉਂਕਿ ਉਹਨਾਂ ਦੇ ਕੋਲ ਅੱਜ ਕੱਲ੍ਹ ਪਾਵਰ ਇੰਨੀ ਆ ਕਿ ਉਹ ਹੌਲੀ ਹੌਲੀ ਸਕੂਲਾਂ ਦੇ ਵਿੱਚ, ਕਿਉਂਕਿ ਸਾਈਕੋਲੋਜੀ ਯੂਜ਼ ਕਰਦੇ ਆ, ਹਰ ਜਿਹੜਾ ਗੌਰਮੈਂਟ ਆ ਉਹ ਸਾਈਕੋਲੋਜੀ ਨੂੰ ਯੂਜ਼ ਕਰਦਾ। ਉਹਨਾਂ ਨੇ ਪੂਰੇ ਦੀ ਪੂਰੀ ਮਨੂ ਸਮ੍ਰਿਤੀ ਨੂੰ ਇੱਕਦਮ ਲਾਗੂ ਨਹੀਂ ਕਰਨਾ, ਉਹਨੂੰ ਥੋੜ੍ਹੀ ਥੋੜ੍ਹੀ ਕਰਕੇ ਲਾਗੂ ਕਰਨਾ। ਜਦੋਂ ਕਿ ਸਾਨੂੰ ਪਤਾ ਲੱਗਣਾ ਵੀ ਇਹ ਤਾਂ ਪੂਰੀ ਲਾਗੂ ਹੋ ਗਈ, ਉਦੋਂ ਤਾਈਂ ਕਾਫੀ ਜਿਹੜਾ ਉਹ ਲੇਟ ਹੋ ਚੁੱਕੇ ਹੋਣਾ ਸੀ। ਐਂਡ ਉਹ ਉਸੇ ਆਧਾਰ ਦੇ ਉੱਤੇ ਆ ਜਿਹੜੀਆਂ ਕੁੜੀਆਂ ਨੂੰ ਮਾਰਨ ਦਾ ਜਿਹੜੀ ਪ੍ਰਥਾ ਚੱਲੀ ਆ, ਉਹ ਉਸੇ ਆਧਾਰ 'ਤੇ ਹੀ ਆ ਕਿ ਔਰਤਾਂ ਜਿਹੜੀਆਂ ਉਹ ਨੀਵੀਆਂ ਆ, ਉਹ ਇਨਫੀਰੀਅਰ ਆ, ਉਹ ਇਹਨਾਂ ਦੀ ਕੋਈ ਹੋਂਦ ਨਹੀਂ ਹੋਣੀ ਚਾਹੀਦੀ। ਇਹ ਸਾਰੀਆਂ ਚੀਜ਼ਾਂ ਮਨੂ ਸਮ੍ਰਿਤੀ ਤੋਂ ਆਉਂਦੀਆਂ। ਇਹਦੇ ਨਾਲ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਇਸ ਵੇਲੇ ਇੰਡੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ 63 ਲੱਖ 63 ਮਿਲੀਅਨ ਔਰਤਾਂ ਦੀ ਗਿਣਤੀ ਘੱਟ ਆ ਮਰਦਾਂ ਦੇ ਮੁਕਾਬਲੇ 'ਚ ਸਾਰੇ ਭਾਰਤ ਦੇ ਵਿੱਚ। ਉਹਦੇ ਨਾਲ ਇੱਕ ਐਸਟੀਮੇਟ ਲਗਾਇਆ ਗਿਆ ਕਿ 23 ਮਿਲੀਅਨ ਲੜਕੀਆਂ ਇੱਦਾਂ ਦੀਆਂ ਕਿ ਜਿਹੜੇ ਮਾਂ ਪਿਓ ਚਾਹੁੰਦੇ ਨਹੀਂ ਉਹਨਾਂ ਨੂੰ ਫਿਰ ਕਿਸੇ ਨਾ ਕਿਸੇ ਢੰਗ ਦੇ ਨਾਲ ਜਾਂ ਉਹਨਾਂ ਦੀ ਨਰਿਸ਼ਮੈਂਟ ਘੱਟ ਕਰਕੇ ਜਾਂ ਉਹਨਾਂ ਦੀ ਮੈਡੀਕਲ ਉਹਨਾਂ ਨੂੰ ਨਾ ਦੇ ਕੇ ਉਹ ਫਿਰ 6 ਸਾਲਾਂ ਤਾਈਂ ਕਾਫੀ ਸਾਰਿਆਂ ਦੀ ਉਹਨਾਂ ਦੀ ਡੈਥ ਹੋ ਜਾਂਦੀ, ਕਿਉਂਕਿ ਅਸੀਂ ਉਹਨਾਂ ਨੂੰ ਪੂਰੀ 3 ਕਰੋੜ ਦੇ ਕਰੀਬ ਹੋ ਜਾਂਦੇ ਤੇ ਤੇ ਉਹ ਇਹਦੇ ਨਾਲ ਹੀ ਇੱਕ ਐਸਟੀਮੇਟ ਲਗਾਇਆ ਗਿਆ ਕਿ ਪਿਛਲੇ 5 ਸਾਲਾਂ 'ਚ 15 ਤੋਂ ਲੈ ਕੇ 21 ਤਾਈਂ 6 ਸਾਲ ਹੋ ਗਏ, ਉਹਦੇ ਵਿੱਚ 2 ਲੱਖ ਤੇ 2
2.6 ਮਿਲੀਅਨ ਹਾਂਜੀ ਲੜਕੀਆਂ ਜਿਹੜੀਆਂ ਉਹ ਮਾਰ ਦਿੱਤੀਆਂ 20 ਲੱਖ ਗਈਆਂ ਸਿਰਫ 5 ਸਾਲਾਂ ਦੇ ਵਿੱਚ। ਹਾਂਜੀ, ਦੇਖੋ ਅਸੀਂ ਜਿਹੜਾ ਹੈਗਾ ਬਹੁਤ ਸਾਰੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਪਾਂ ਆਪਣੇ ਟੀਵੀਆਂ ਦੇ ਮੂਹਰੇ ਬੈਠ ਕੇ ਕਈ ਵਾਰ ਅਸੀਂ ਇਹ ਗੱਲਾਂ ਇਮੈਜਿਨ ਕਰਦੇ ਹਾਂ ਕਿ ਨਹੀਂ ਜੀ ਇਹ ਤਾਂ ਹੁਣ ਉਹ ਪੁਰਾਣੀਆਂ ਗੱਲਾਂ ਹੋ ਗਈਆਂ, ਇਹਨਾਂ ਦਾ ਹੁਣ ਕੋਈ ਵਜੂਦ ਨਹੀਂ ਹੈਗਾ, ਹੁਣ ਕੀ ਲੋੜ ਹੈਗੀ ਆ। ਜਿਹੜੀ ਕਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਬਹੁਤ ਸਾਰੇ ਜਿਹੜੇ ਸਾਡੇ ਭੈਣ ਭਰਾ ਹੈਗੇ ਆ ਉਹ ਕਈ ਵਾਰੀ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਸਲ ਸਮੱਸਿਆ ਪਹਿਲਾਂ ਨਾਲੋਂ ਵੀ ਜਿਹੜੀ ਹੈਗੀ ਆ ਉਹ ਵੱਡੀ ਹੁੰਦੀ ਜਾ ਰਹੀ ਆ। ਜੇ ਇਸ ਹਿਸਾਬ ਦੇ ਨਾਲ ਜਿਹੜਾ ਰਾਜਨੀਤਿਕ ਰਾਜ ਪ੍ਰਬੰਧ ਜਿਹੜਾ ਹੈਗਾ ਆ ਉਹ ਇਕੱਠਿਆਂ ਹੋ ਰਿਹਾ, ਉਹ ਕੁਛ ਉਹਨਾਂ ਹੱਥਾਂ ਦੇ ਵਿੱਚ ਜਾ ਰਿਹਾ। ਜਿਵੇਂ ਭੈਣ ਜੀ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਚੀਜ਼ਾਂ ਨੂੰ ਆਈਡੀਓਲੋਜੀਕਲੀ ਅਸੀਂ ਜਿਹੜਾ ਹੈਗਾ ਆ ਮਾਨਵਤਾ ਦੇ ਤੌਰ 'ਤੇ ਵੀ ਅਸੀਂ ਉਹਨੂੰ ਰਿਜੈਕਟ ਕਰ ਚੁੱਕੇ ਹਾਂ, ਉਹਨਾਂ ਨੂੰ ਮੁੜ ਕੇ ਇੰਟਰੋਡਿਊਸ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਅਗਰ ਇਹੀ ਕੇਸ ਹੁੰਦਾ, ਤੁਸੀਂ ਥੋੜ੍ਹੇ ਮਹੀਨੇ ਪਹਿਲਾਂ ਦੇਖਿਆ ਹੋਊਗਾ ਕਿ ਲੰਡਨ ਦੇ ਵਿੱਚ ਇੱਕ ਜਿਹੜੀ ਹੈਗੀ ਆ ਨੌਜਵਾਨ ਔਰਤ ਸਾਰਾ ਐਡਵਰਡ, ਉਹਦਾ ਜਿਹੜਾ ਹੈਗਾ ਆ ਉਹ ਕਤਲ ਕਰ ਦਿੱਤਾ ਜਾਂਦਾ। ਪਹਿਲਾਂ ਉਹਨੂੰ ਫਿਜ਼ੀਕਲੀ ਅਬਿਊਜ਼ ਕੀਤਾ ਜਾਂਦਾ, ਸੈਕਸ਼ੂਅਲੀ ਅਬਿਊਜ਼ ਕੀਤਾ ਜਾਂਦਾ। ਸੋ ਕਹਿੰਦਾ ਮਤਲਬ ਇਹ ਆ ਕਿ ਇਹ ਜਿਹੜੀ ਮਾਨਸਿਕਤਾ ਅਸੀਂ ਮਰਦਾਂ ਦੇ ਜਿਹੜਾ ਹੈਗਾ ਆ ਉਹ ਭਰ ਰਹੇ ਹਾਂ, ਔਰਤਾਂ ਦੇ ਪ੍ਰਤੀ ਜਿਹੜਾ ਅਸੀਂ ਨਜ਼ਰੀਆ ਉਭਾਰ ਰਹੇ ਹਾਂ, ਉਹ ਜਿਹੜਾ ਹੈਗਾ ਬੜਾ ਚਿੰਤਾ ਦਾ ਵਿਸ਼ਾ ਹੈਗਾ। ਉਹ ਕਿਸੇ ਦੇ ਲਈ ਵੀ ਚਿੰਤਾ ਦਾ ਵਿਸ਼ਾ ਹੋ ਸਕਦਾ। ਭੈਣ ਜੀ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਦਾ ਇਹ ਨਾਰੀ ਦਿਵਸ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਅਗਰ ਅਸੀਂ ਇਹਦੇ 'ਤੇ ਇੱਕ ਪੰਛੀ ਝਾਤ ਮਾਰੀਏ, ਡੀਟੇਲ ਦੇ ਵਿੱਚ ਤਾਂ ਆਪਾਂ ਬਹੁਤ ਸਮਾਂ ਲੱਗੂਗਾ, ਪਰ ਜੇ ਅਸੀਂ ਇਹਨੂੰ ਮੋਟੇ ਤੌਰ 'ਤੇ ਅਸੀਂ ਇਹਦੇ ਬਾਰੇ ਸੋਚੀਏ ਜਾਂ ਇਹਨੂੰ ਦੇਖੀਏ, ਹੁਣ ਤੱਕ ਜਿਹੜੀਆਂ ਇਹਦੀਆਂ ਅਚੀਵਮੈਂਟਸ ਕੀ ਰਹੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਅਸੀਂ ਇਹਦੇ ਥਰੂ ਜਿਹੜੀਆਂ ਹੈਗੀਆਂ ਉਹਨਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਾਂਗੇ, ਜਾਂ ਸਾਡੇ ਲਈ ਉਹ ਕਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਜਿਹੜੀਆਂ ਹੈਗੀਆਂ ਉਹ ਖੜੀਆਂ ਹੈਗੀਆਂ ਜਿਹੜੀਆਂ ਸਾਡੀਆਂ ਇਮੀਡੀਏਟ ਧਿਆਨ ਮੰਗਦੀਆਂ। ਜਿਵੇਂ ਕਿ ਅਸੀਂ ਗੱਲ ਕੀਤੀ ਹੈਗੀ ਆ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਰਾਜ ਪ੍ਰਬੰਧ ਹੈਗਾ ਉਹ ਕਿਹੜੀਆਂ ਗੱਲਾਂ ਨੂੰ ਮੁੜ ਕੇ ਲਿਆਉਣਾ, ਉਹ ਵੀ ਇਹਦੇ ਵਿਸ਼ੇ ਦੇ ਵਿੱਚ ਹੀ ਆ ਜਾਂਦਾ ਕਿ ਸਾਨੂੰ ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਆ ਕਿ ਜਿੱਥੋਂ ਸੋਰਸ ਹੈਗਾ ਅਗਰ ਅਸੀਂ ਇਹਨੂੰ ਉੱਥੋਂ ਹੀ ਬੰਦ ਕਰ ਸਕੀਏ ਤੇ ਸਾਡੇ ਲਈ ਫਿਰ ਜਿਹੜਾ ਹੇਠਾਂ ਆ ਕੇ ਅੱਗੇ ਆ ਕੇ ਸਾਨੂੰ ਸਮੱਸਿਆ ਆਉਣੀ ਅਸੀਂ ਉਹਨਾਂ ਤੋਂ ਬਚ ਸਕੀਏ। ਸੋ ਇਹਦੇ ਬਾਰੇ ਸਾਨੂੰ ਤੁਸੀਂ ਸਾਡੇ ਦਰਸ਼ਕਾਂ ਨਾਲ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਜਦੋਂ ਦਾ ਸ਼ੁਰੂ ਹੋਇਆ ਹੁਣ ਤੱਕ ਅਸੀਂ ਜਿਹੜਾ ਹੈਗਾ ਉਹ ਕੀ ਅਚੀਵ ਕੀਤਾ ਹੈਗਾ ਔਰ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਸਾਡੀ ਜਿਹੜੀ ਹੈਗੀ ਆ ਉਹ ਦਿਸ਼ਾ ਕਿੱਧਰ ਨੂੰ ਹੋਊਗੀ ਇਸ ਪ੍ਰੋਜੈਕਟ ਤੋਂ। ਜੇ ਮੈਂ ਮਾੜਾ ਜਿਹਾ ਇਹ ਦੱਸ ਦੇਵਾਂ ਕਿ ਇਹਦੀ ਫਾਊਂਡੇਸ਼ਨ ਕਿਸ ਤਰ੍ਹਾਂ ਹੋਈ ਸੀ। ਇਹ ਤੇ ਅਸੀਂ ਜਾਣਦੇ ਹਾਂ ਕਿ ਇਹ UN ਨੇ 1975 ਦਾ ਵਰ੍ਹਾ ਜਿਹੜਾ ਆ ਉਹ ਔਰਤਾਂ ਦੇ ਵਰ੍ਹੇ ਦੇ ਤੌਰ ਦੇ ਉੱਤੇ ਉਹਨਾਂ ਨੇ ਡਿਕਲੇਅਰ ਕੀਤਾ ਸੀਗਾ ਤੇ ਉਦੋਂ ਤੋਂ ਲੈ ਕੇ UN ਵੱਲੋਂ ਇਹ ਡਿਕਲੇਅਰ ਕੀਤਾ ਗਿਆ ਸੀ ਕਿ 8 ਮਾਰਚ ਜਿਹੜੀ ਆ ਉਹ ਅਸੀਂ ਔਰਤਾਂ ਦੇ ਦਿਵਸ ਦੇ ਤੌਰ ਤੇ ਸੈਲੀਬ੍ਰੇਟ ਕਰਾਂਗੇ। ਪਰ ਇਹਦੀ ਫਾਊਂਡੇਸ਼ਨ ਬਹੁਤ ਪਹਿਲਾਂ ਹੋਈ ਸੀ, ਬਹੁਤ ਪਹਿਲਾਂ ਇਹਦੀ ਫਾਊਂਡੇਸ਼ਨ ਵੱਜ ਗਈ ਸੀ। ਇਹਦੀ ਫਾਊਂਡੇਸ਼ਨ 1857 ਜਦੋਂ ਅਸੀਂ ਆਪਣੇ ਭਾਰਤ ਦੀ ਆਜ਼ਾਦੀ ਦਾ ਪਹਿਲਾ ਦਿਵਸ ਲਈ ਲੜਾਈ ਲੜ ਰਹੇ ਸੀਗੇ, ਉਸ ਵੇਲੇ ਔਰਤਾਂ ਨਿਊਯਾਰਕ ਦੇ ਵਿੱਚ ਆਪਣੇ ਹੱਕਾਂ ਦੀ ਲੜਾਈ ਲੜ ਰਹੀਆਂ ਸੀ, ਉਹ ਵੀ 8 ਮਾਰਚ ਨੂੰ। ਇਹ ਤੇ ਕੋਇਨਸੀਡੈਂਸ ਹੀ ਸੀਗਾ ਕਿ 8 ਮਾਰਚ ਨੂੰ ਉਹਨਾਂ ਨੇ ਸਟ੍ਰਾਈਕ ਸ਼ੁਰੂ ਕੀਤੀ ਸੀ। ਉਹ ਔਰਤਾਂ ਜਿਹੜੀਆਂ ਉਹ ਗਾਰਮੈਂਟ ਇੰਡਸਟਰੀ ਦੇ ਨਾਲ ਸੰਬੰਧ ਰੱਖਦੀਆਂ ਸੀ, ਕੱਪੜੇ ਦੇ ਇੰਡਸਟਰੀ ਦੇ ਨਾਲ ਸੰਬੰਧ ਰੱਖਦੀਆਂ ਸੀਗੀਆਂ। ਉਹਨਾਂ ਦੀ ਡਿਮਾਂਡ ਕੀ ਸੀਗੀਆਂ? ਉਹਨਾਂ ਦੀ ਡਿਮਾਂਡ ਸੀ 10 ਘੰਟੇ ਦੀ ਦਿਹਾੜੀ ਹੋਣੀ ਚਾਹੀਦੀ ਆ ਤੇ ਜਿਹੜੀਆਂ ਵਰਕਿੰਗ ਕੰਡੀਸ਼ਨਸ ਆ ਉਹ ਬੈਟਰ ਹੋਣੀਆਂ ਚਾਹੀਦੀਆਂ ਤੇ ਸਾਡੀ ਸਮਾਨਤਾ ਹੋਣੀ ਚਾਹੀਦੀ ਸਮਾਜ ਦੇ ਵਿੱਚ। ਕੰਮ ਤੇ ਵੀ ਸਮਾਨਤਾ ਹੋਣੀ ਚਾਹੀਦੀ ਕਿ ਸਾਡੀ ਵੇਜਸ ਵੀ ਜਿਹੜੀ ਆ ਸਾਡੀ ਤਨਖਾਹ ਇੱਕੋ ਜਿਹੀ ਹੋਣੀ ਚਾਹੀਦੀ, ਸਾਡੇ ਕੰਮਾਂ ਦੇ ਢੰਗ ਜਿਹੜੇ ਕੰਮਾਂ ਦੀਆਂ ਕੰਡੀਸ਼ਨ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ। ਸਾਨੂੰ ਸਮਾਜ ਦੇ ਵਿੱਚ ਵੀ ਸਮਾਨਤਾ ਦਾ ਅਧਿਕਾਰ ਹੋਣਾ ਚਾਹੀਦਾ। ਇਹ ਉਹਨਾਂ ਦੀਆਂ ਉਦੋਂ ਮੰਗਾਂ ਸੀ। ਉਹ ਮੰਗਾਂ ਜਿਹੜੀਆਂ ਉਹ ਉਹਨਾਂ ਨੇ ਜਿੱਤ ਲਈਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ 50 ਸਾਲ ਤਾਈਂ ਇਹ ਨਹੀਂ ਵੀ ਲੜਾਈ ਖਤਮ ਨਹੀਂ ਹੋਈ ਸੀ, ਪਰ ਐਡੀ ਵੱਡੀ ਲੜਾਈ ਨਹੀਂ ਹੋਈ ਸੀ, ਤਿੱਖੀ ਨਹੀਂ ਹੋਈ ਸੀ। ਪਰ ਫਿਰ 1907 ਦੇ ਵਿੱਚ ਫਿਰ ਨੀਡਲ ਵਰਕ ਔਰਤਾਂ ਸੀਗੀਆਂ, ਨੀਡਲ ਵਰਕ ਵਰਕਰ ਸੀਗੀਆਂ, ਉਹ ਵੀ ਨਿਊਯਾਰਕ ਦੇ ਵਿੱਚ ਹੀ ਸੀਗੀਆਂ। ਉਹਨਾਂ ਨੇ ਫਿਰ ਮੁੜ ਕੇ ਕੀਤਾ ਕਿ ਉਹਨਾਂ ਦੇ ਕੋਲ ਯੂਨੀਅਨ ਬਣਾਉਣ ਦਾ ਅਧਿਕਾਰ ਨਹੀਂ ਸੀਗਾ
ਤੇ ਨਾ ਹੀ ਉਹਨਾਂ ਦੇ ਕੋਲ ਉਹਨਾਂ ਨੇ ਦੋ ਮੰਗਾਂ ਰੱਖੀਆਂ ਕਿ ਇੱਕ ਸਾਡੇ ਕੋਲ ਯੂਨੀਅਨ ਬਣਾਉਣ ਦਾ ਅਧਿਕਾਰ ਹੋਣਾ ਚਾਹੀਦਾ, ਦੂਸਰਾ ਇੱਕ ਚਾਰਟਰ ਹੋਣਾ ਚਾਹੀਦਾ ਔਰਤਾਂ ਦਾ ਚਾਰਟਰ, ਜਿਹਦੇ ਵਿੱਚ ਕਿਹਾ ਗਿਆ ਹੋਵੇ ਕਿ ਔਰਤਾਂ ਦੇ ਕੀ ਅਧਿਕਾਰ ਹੋਣੇ ਚਾਹੀਦੇ ਔਰ ਉਹ ਕਿੱਦਾਂ ਉਹ ਇੰਪਲੀਮੈਂਟ ਕਿੱਦਾਂ ਹੋਣੇ ਚਾਹੀਦੇ। ਇਹ ਦੋ ਜਿਹੜੀਆਂ ਚੀਜ਼ਾਂ ਆ ਇਹ ਵੀ ਉਹਨਾਂ ਨੇ ਜਿੱਤ ਕੇ ਪ੍ਰਾਪਤ ਕਰ ਲਏ ਸੀ। ਉਸ ਤੋਂ ਬਾਅਦ ਜੇ ਅਸੀਂ ਬਹੁਤ ਲੰਮੇ ਚੀਜ਼ ਦੇ ਵਿੱਚ ਨਹੀਂ ਜਾਂਦੇ, ਪਰ ਇਹ ਹਰ 1910 ਦੇ ਵਿੱਚ 8 ਜਿਹੜੀਆਂ ਸੋਸ਼ਲਿਸਟ ਕੰਟਰੀਜ਼ ਆ ਉਹਨਾਂ ਨੇ ਇਹਨੂੰ ਮਾਨਤਾ ਦੇ ਦਿੱਤੀ ਸੀ ਕਿ 8 ਮਾਰਚ ਔਰਤਾਂ ਦੇ ਦਿਵਸ ਦੀ ਤਰ੍ਹਾਂ ਮਨਾਇਆ ਜਾਊਗਾ। ਤੇ ਉਹਦੇ ਵਿੱਚ ਜਿਹੜੀਆਂ ਅਸੀਂ ਕਹਿੰਦੇ ਕਿ ਅਸੀਂ ਕੀ ਕੁਛ ਮੰਗੀਆਂ, ਸਭ ਤੋਂ ਜ਼ਿਆਦਾ ਔਰ ਸਭ ਤੋਂ ਇੰਪੋਰਟੈਂਟ ਜਿਹੜੀ ਜਿੱਤ ਪ੍ਰਾਪਤ ਕੀਤੀ ਔਰਤਾਂ ਨੇ ਉਹ ਸੀ ਵੋਟ ਦਾ ਹੱਕ। ਪੂਰੇ ਵੈਸਟ ਦੇ ਵਿੱਚ ਔਰਤਾਂ ਨੂੰ ਵੋਟ ਦਾ ਹੱਕ ਨਹੀਂ ਸੀ। ਹਾਂਜੀ, ਕਲਾਰਾ ਜ਼ੈਟਕਨ ਨੇ ਇੱਕ ਰੈਜ਼ੋਲੂਸ਼ਨ ਪੇਸ਼ ਕੀਤਾ ਸੀਗਾ, ਜਿਹੜੇ ਇੱਕ ਕਾਨਫਰੰਸ ਪੂਰੇ ਦੁਨੀਆ ਦੀ ਕਾਮਿਆਂ ਦੀ ਕਾਨਫਰੰਸ, ਉਹਨੂੰ ਇੰਟਰਨੈਸ਼ਨਲ ਕਹਿੰਦੇ ਲੈਫਟ ਵਾਲੇ, ਪਰ ਉਹ ਹੁੰਦੇ ਕਿ ਸਾਰੀ ਦੁਨੀਆ ਦੇ ਕਾਮੇ ਇਕੱਠੇ ਹੋ ਕੇ ਕਾਨਫਰੰਸ ਕਰਦੇ। ਉਹਦੇ ਵਿੱਚ ਉਹਨੇ ਇੱਕ ਰੈਜ਼ੋਲੂਸ਼ਨ ਪੇਸ਼ ਕੀਤਾ ਸੀ ਕਿ ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ 8 ਮਾਰਚ ਜਿਹੜਾ ਆ ਉਹ ਔਰਤਾਂ ਦੇ ਦਿਵਸ ਦੇ ਤੌਰ 'ਤੇ ਮਨਾਇਆ ਜਾਊਗਾ। ਉਸ ਤੋਂ ਬਾਅਦ ਤੇ ਉਹਦੀ ਮੈਂ ਗੱਲ ਇਹ ਕਰਦੀ ਹਾਂ ਕਿ ਜੇ ਹੁਣ ਤਾਈਂ ਅਸੀਂ ਕੀ ਕੁਛ ਅਚੀਵ ਕੀਤਾ, ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਵੋਟ ਦਾ ਹੱਕ। ਵੋਟ ਦਾ ਹੱਕ ਜਿਹੜਾ ਅਸੀਂ ਡੈਮੋਕ੍ਰੈਟਿਕ ਏਰੀਆ ਦੇ, ਉਹ ਪਹਿਲਾਂ 50 ਸਾਲ ਲੰਮੀ ਲੜਾਈ ਔਰਤਾਂ ਨੇ ਲੜੀ, ਫਿਰ ਜਾ ਕੇ ਉਹਨਾਂ ਨੂੰ ਵੋਟ ਦਾ ਹੱਕ ਮਿਲਿਆ 1918 ਦੇ ਵਿੱਚ। ਉਹ ਵੀ ਪੂਰਾ ਹੱਕ ਨਹੀਂ ਸੀ। ਉਹਦੇ ਵਿੱਚ ਸੀਗਾ ਕਿ ਮਰਦ 18 ਸਾਲ ਦੇ ਵੋਟ ਪਾ ਸਕਦੇ, ਔਰਤਾਂ 21 ਸਾਲ ਦੀਆਂ। ਉਹ ਤੋਂ ਵੀ ਗਾਂ ਇੱਕ ਹੋਰ ਕੰਡੀਸ਼ਨ ਸੀ ਕਿ ਜਿਨ੍ਹਾਂ ਔਰਤਾਂ ਦੇ ਕੋਲ ਪ੍ਰਾਪਰਟੀ ਆ ਉਹੀ ਵੋਟ ਦਾ ਉਹਨਾਂ ਨੂੰ ਵੋਟ ਦਾ ਹੱਕ ਮਿਲੂਗਾ। ਜਿਨ੍ਹਾਂ ਦੇ ਕੋਲ ਪ੍ਰਾਪਰਟੀ ਨਹੀਂ, ਉਹ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਤਾਂ ਨਹੀਂ ਹੋਣੀ ਚਾਹੀਦੀ, ਪਰ ਇਹ ਆ ਕਿ ਉਦੋਂ ਵੀ ਪਹਿਲਾਂ ਔਰਤਾਂ ਨੂੰ ਜਿੱਦਾਂ ਅਸੀਂ ਦਾਜ ਦਿੰਦੇ ਹਾਂ, ਇੱਥੇ ਬ੍ਰਿਟਨ ਦੇ ਵਿੱਚ ਔਰਤਾਂ ਨੂੰ ਪ੍ਰਾਪਰਟੀ ਦੇਣੀ ਪੈਂਦੀ ਸੀ ਮਰਦ ਨੂੰ ਉਹਦਾ ਨਾਂ ਲੈਣ ਲਈ। ਜਿਹੜਾ ਅਸੀਂ ਸਰਨੇਮ ਦੀ ਗੱਲ ਕਰਦੇ ਹਾਂ ਕਿ ਉਹਦਾ ਨਾਂ, ਉਹਨਾਂ ਨੂੰ ਮਰਦ ਦਾ ਨਾਂ ਲੈਣ ਵਾਸਤੇ ਦਾਜ ਦੇਣਾ ਪੈਂਦਾ ਸੀ ਜਾਂ ਪ੍ਰਾਪਰਟੀ ਦੇਣੀ ਪੈਂਦੀ ਸੀ। ਉਹ ਜਿਹੜੀ ਪ੍ਰਾਪਰਟੀ ਆ ਉਹ ਫਿਰ ਮਰਦ ਦੇ ਨਾਂ ਦੇ ਵਿੱਚ ਤਬਦੀਲ ਹੋ ਜਾਂਦੀ ਸੀ, ਉਹੀ ਉਹਨੂੰ ਕੰਟਰੋਲ ਕਰ ਸਕਦਾ ਸੀ। ਫਿਰ ਤੁਸੀਂ ਦੇਖ ਲਓ ਕਿ ਕਿੰਨੀਆਂ ਔਰਤਾਂ ਹੋਣਗੀਆਂ 1918 ਦੇ ਵਿੱਚ ਜਿਨ੍ਹਾਂ ਦੇ ਕੋਲ ਪ੍ਰਾਪਰਟੀ ਸੀਗੀ ਉਹਨਾਂ ਦੇ ਨਾਂ ਦੇ ਉੱਤੇ। ਫਿਰ ਔਰਤਾਂ ਨੇ 10 ਸਾਲ ਹੋਰ ਲੜਾਈ ਲੜੀ ਤੇ ਫਿਰ 1928 ਦੇ ਵਿੱਚ ਔਰਤਾਂ ਨੂੰ ਪੂਰਨ ਅਧਿਕਾਰ ਮਿਲਿਆ ਕਿ 18 ਸਾਲ ਦੀ ਔਰਤ ਨੂੰ, 18 ਸਾਲ ਦੇ ਮਰਦ ਨੂੰ, ਔਰ ਪ੍ਰਾਪਰਟੀ ਦਾ ਕੋਈ ਕੰਡੀਸ਼ਨ ਨਹੀਂ ਕਿ ਪ੍ਰਾਪਰਟੀ ਹੈਗੀ ਜਾਂ ਨਹੀਂ ਹੈਗੀ, ਹਰੇਕ ਔਰਤ ਨੂੰ ਇਹ ਅਧਿਕਾਰ ਸੀ। ਦੂਸਰਾ ਅਧਿਕਾਰ ਜਿਹੜਾ ਇੱਥੇ ਬ੍ਰਿਟਨ 'ਚ ਲਿਆ ਔਰਤਾਂ ਨੇ ਉਹ ਇਹ ਸੀਗਾ ਕਿ ਇਕੁਅਲ ਪੇ। 1968 ਦੇ ਵਿੱਚ ਜਿਹੜੀਆਂ ਡੈਗਨਮ ਫੋਰਡ ਫੈਕਟਰੀ ਨੇ, ਕਾਰਾਂ ਦੀ ਫੋਰਡ ਫੈਕਟਰੀ, ਉੱਥੇ ਔਰਤਾਂ ਨੇ ਸਟ੍ਰਾਈਕ ਕੀਤੀ ਸੀ ਤੇ ਉਹਨਾਂ ਨੇ ਇਹ ਮੰਗ ਰੱਖੀ ਸੀ ਕਿ ਸਾਡੀ ਜਿਹੜੀ ਤਨਖਾਹ ਆ ਉਹ ਮਰਦਾਂ ਦੇ ਬਰਾਬਰ ਹੋਣੀ ਚਾਹੀਦੀ। ਪਰ ਉਹਨਾਂ ਨੂੰ ਜਿੱਤ ਨਹੀਂ ਪ੍ਰਾਪਤ ਹੋਈ ਉਸ ਵੇਲੇ, ਪਰ ਉਹਦਾ ਫਿਰ ਹੋਰ 2 ਸਾਲ ਬਾਅਦ ਇੱਕ ਲਾਅ ਬਣਿਆ ਸੀ 1970 ਦੇ ਵਿੱਚ। ਪਰ ਉਹ ਲਾਅ ਬਣਿਆ ਸੀ ਕਿ ਜਿਹੜਾ ਕੰਮ ਤੁਸੀਂ ਕਰਦੇ ਆ, ਜੇ ਤੁਹਾਡਾ ਕੰਮ ਬਰਾਬਰ ਆ ਤੇ ਤੁਹਾਨੂੰ ਤਨਖਾਹ ਵੀ ਬਰਾਬਰ ਮਿਲਣੀ ਚਾਹੀਦੀ ਹੈ। ਫਿਰ ਉਹਦੀ ਤਬਦੀਲੀ ਹੋ ਕੇ ਫਿਰ ਇਹ ਨਹੀਂ ਕਿ ਆਪਣੇ ਆਪ ਹੀ ਹੋ ਗਿਆ, ਯੂਨੀਅਨ ਦੇ ਥਰੂ ਔਰਤਾਂ ਨੇ ਮਰਦਾਂ ਨੇ ਲੜਾਈ ਲੜੀ। 1975 ਦੇ ਵਿੱਚ ਜਾ ਕੇ ਉਹਨਾਂ ਨੂੰ ਇਹ ਅਧਿਕਾਰ ਮਿਲਿਆ ਕਿ ਜੇ ਤੁਸੀਂ ਪ੍ਰੂਵ ਕਰ ਦਿਓ, ਇਹ ਵੀ ਪ੍ਰੂਵ ਕਰਨਾ ਪੈਣਾ, ਹਜੇ ਵੀ ਪ੍ਰੂਵ ਕਰਨਾ ਪੈਂਦਾ ਕਿ ਜੇ ਤੁਹਾਡਾ ਜਿਹੜਾ ਕੰਮ ਆ ਉਹਦੀ ਵੈਲਿਊ ਸੇਮ ਆ, ਜਿਹੜਾ ਮਰਦ ਦਾ ਕੰਮ ਆ ਤੇ ਤੁਹਾਡਾ ਕੰਮ ਆ, ਉਹਦੀ ਜੇ ਵੈਲਿਊ ਸੇਮ ਆ ਤੇ ਫਿਰ ਤੁਹਾਨੂੰ ਤਨਖਾਹ ਵੀ ਸੇਮ ਮਿਲੂਗੀ। ਪਰ ਉਹ ਔਰਤਾਂ ਤੇ ਉਹਦਾ ਜਿਹੜਾ ਬਰਡਨ ਹੈ ਔਰਤ ਤੇ ਆ ਕਿ ਉਹਨੇ ਪ੍ਰੂਵ ਕਰਨਾ ਆ ਕਿ ਮੇਰੇ ਕੰਮ ਦੀ ਵੈਲਿਊ ਜਿਹੜੀ ਆ ਇਹ ਭਗਵੰਤ ਹੁਣਾਂ ਦੇ ਕੰਮ ਦੇ ਬਰਾਬਰ ਆ। ਤੇ ਉਹ ਅਧਿਕਾਰ 75 'ਚ ਮਿਲਿਆ।
ਨਾਲੇ ਆਪਣੇ ਹਾਂਜੀ ਭਗਵੰਤ ਸੋਰੀ ਤੁਸੀਂ ਨਹੀਂ ਕਰੋ ਹਾਂਜੀ ਬਲਕਿ ਇਹਦੇ ਵਿੱਚ ਜਿੱਦਾਂ ਤੁਸੀਂ ਭੈਣ ਜੀ ਨੇ ਦੱਸਿਆ ਕਿ ਉਦੋਂ ਜਿਹੜਾ ਇੱਕ ਕਲਾਰਾ ਜੈਟਕਿਨ ਜਿਹੜੀ ਜਰਮਨ ਦੀ ਸੀਗੀ ਤੇ ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਲੋਕ ਸਮਝਦੇ ਨੇ ਕਈ ਵਾਰ ਕਿ ਉਹ ਇੱਕ ਸੋਸ਼ਲਿਸਟਿਕ ਕਮਿਊਨਿਸਟ ਲੇਡੀ ਸੀ ਜਿਹਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਮੂਹਰੇ ਲੱਗ ਕੇ ਉਸਨੇ ਉਹ ਲੀਡ ਕੀਤੀ ਤੇ ਉਹੀ ਜਿਹੜੀ ਲੀਡ ਚੱਲਦੀ ਆਉਂਦੀ ਸੀ ਤੇ ਜਿਹੜੀ ਆਪਾਂ ਆਪਣੇ ਲੋਕਾਂ ਨੂੰ ਵੀ ਪਤਾ ਨਹੀਂ ਕਿ ਸੋਫੀਆ ਦਲੀਪ ਸਿੰਘ ਜਿਹੜੇ ਮਹਾਰਾਜਾ ਦਲੀਪ ਸਿੰਘ ਆਪਣੇ ਜਿਹੜੇ ਸੀ ਉਹਦੇ ਸੀਗੇ ਬੇਟੇ ਉਹਨਾਂ ਦੀ ਲੜਕੀ ਨੇ ਵੀ ਉਸ ਟਾਈਮ ਦੇ ਵਿੱਚ ਮੋਹਰੇ ਹੋ ਕੇ ਪੂਰੇ ਜ਼ੋਰ ਨਾਲ ਉਸ ਮੂਵਮੈਂਟ 'ਚ ਵਿੱਚ ਹਿੱਸਾ ਲਿਆ ਤੇ ਜਿਹੜੀ ਕਿ ਸਫੋਜੈਟ ਨਾਂ ਦੀ ਮੂਵਮੈਂਟ ਉਹ ਚੱਲੀ ਸੀ ਜਿਹਦੇ ਵਿੱਚ ਭੈਣ ਜੀ ਨੇ ਦੱਸਿਆ ਕਿ ਉਹ ਜਿਹੜੇ ਸਾਨੂੰ ਪੂਰੇ ਵੋਟ ਦਾ ਅਧਿਕਾਰ ਖਾਸ ਕਰਕੇ ਉਹਦੇ ਵਿੱਚ ਜਿਹੜਾ ਇੱਕ ਬਹੁਤ ਜ਼ਰੂਰੀ ਸੀਗਾ ਤੇ ਅਸੀਂ ਇਹ ਗੱਲ ਨੂੰ ਨਾ ਭੁੱਲੇ ਕਦੇ ਕਿ ਜਿਹੜੇ ਹੱਕ ਹੈ ਉਹ ਲੜੇ ਬਗੈਰ ਨਹੀਂ ਮਿਲੇ, ਤੁਹਾਨੂੰ ਘੋਲ ਕਰਨੇ ਪਏ ਨੇ। ਹੁਣ ਸਾਡੇ ਵਿੱਚ ਮੈਂ ਗੱਲ ਨੂੰ ਹੋਰ ਪਾਸੇ ਤਾਂ ਨਹੀਂ ਲਿਆਂਦਾ ਪਰ ਇੱਕ ਗੱਲ ਜਿਹੜੀ ਹੁਣ ਮੈਨੂੰ ਕੁਦਰਤੀ ਇਹ ਚੇਤਾ ਆਉਂਦਾ ਕਿ ਜਦੋਂ ਅਸੀਂ ਯੂਨੀਅਨਾਂ ਦੇ ਵਿੱਚ ਰਲ ਕੇ ਕੰਮ ਕੀਤਾ ਜਿੰਨਾ ਚਿਰ ਯੂਨੀਅਨ ਸਾਡੀਆਂ ਸੀਗੀਆਂ ਤਾਂ ਮੇਰੀਆਂ ਭੈਣਾਂ ਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਕਿ ਸਾਨੂੰ ਫੇਰ ਤੁਹਾਡੀ ਬਰਾਬਰ ਦੀ ਤਨਖਾਹ ਹੋਈ ਆ, ਉਹ ਯੂਨੀਅਨ ਸੀਗੀਆਂ ਤੇ ਸਾਨੂੰ ਜਿਹੜਾ ਅਸੀਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜੀਆਂ ਮੇਰੀ ਭੈਣਾਂ ਆ ਉਹ ਆਪਣੇ ਬੱਚਿਆਂ ਨੂੰ ਯੂਨੀਅਨ ਦੀ ਜਿਹੜੀ ਹੈਗੀ ਨਾ ਇੰਪੋਰਟੈਂਸ ਜ਼ਰੂਰ ਦੱਸਣ। ਕਈ ਮੇਰੇ ਵਰਗੇ ਜਾਂ ਮੇਰੇ ਭੈਣਾਂ ਕਈ ਵਾਰ ਇਹ ਸੋਚਦੇ ਕਿ ਉਹ ਵਰਕਿੰਗ ਕਲਾਸ ਦੇ ਕੰਮ ਨੇ ਹੁਣ ਲੜਨਾ ਝਗੜਨਾ, ਕਿਉਂਕਿ ਸਾਡੇ ਵਿੱਚ ਇੱਕ ਥੋੜ੍ਹਾ ਜਿਹਾ ਕਾਫੀ ਹੈਗਾ ਕਿ ਅਸੀਂ ਵਿੱਚੋਂ ਸਾਡੇ 'ਚ ਇੱਕ ਲੋਕ ਨੇ ਛੋਟੀ ਮੋਟੀ ਦੁਕਾਨਾਂ ਕਰਦੇ ਨੇ ਜਾਂ ਮਾੜੇ ਮੋਟੇ ਬਿਜ਼ਨਸ ਨੇ ਤੇ ਉਹ ਉਹਨਾਂ ਦੀ ਜਿਹੜੀ ਸਾਈਕੀ ਆ ਜਿਹੜੀ ਮਾਨਸਿਕਤਾ ਉਹ ਅੱਗੇ ਨਾਲੋਂ ਚੇਂਜ ਹੋਈ ਆ। ਪਰ ਜੇ ਅਸੀਂ ਦੇਰ ਤੱਕ ਐਸੇ ਮਾਨਸਿਕਤਾ ਦੇ ਅਧੀਨ ਰਹੇ ਗੁਲਾਮ ਰਹੇ ਤਾਂ ਮੁੜ ਕੇ ਫਿਰ ਜਿਹੜੀ ਸਾਡੇ ਆਉਣ ਵਾਲੀ ਧੀਆਂ ਦੀ ਤੇ ਨਾਲ ਲੜਕਿਆਂ ਦੀ ਵੀ ਇਹ ਉਸਦਾ ਜਿਹੜੀ ਆਜ਼ਾਦੀ ਆ ਉਹ ਤੇ ਜਿਹੜਾ ਆਉਣ ਵਾਲਾ ਸਮਾਂ ਆ ਕੁਝ ਕੁ ਲੋਕ ਉਹ ਤੇ ਇਹ ਹੱਕ ਨੂੰ ਛੀਨ ਲੈਣ। ਤੇ ਜਿਹੜੀ ਗੱਲ ਹੈ ਕਿ ਜਿਹੜੀ ਤਾਂ ਹੁਣ ਅੱਜ ਜਿੱਥੇ ਔਰਤ ਦਿਵਸ ਦੇ ਨਾਲ ਔਰਤ ਦੀ ਜਿਹੜਾ ਮਨਾਉਣ ਨਾਲ ਜਾਗਰਤੀ ਭੈਣਾਂ 'ਚ ਆਈ ਆ ਉਹ ਜਾਗਰਤੀ ਦੇ ਨਾਲ ਹੁਣ ਕਈ ਸਾਡੇ ਵਿੱਚੋਂ ਭੈਣਾਂ ਨੇ ਉਹਨਾਂ ਨੂੰ ਇਸ ਇੱਥੇ ਤੱਕ ਹੈਗਾ ਕਿ ਚਲੋ ਵੀ ਸਾਨੂੰ ਹੁਣ ਅੱਗੇ ਨਾਲੋਂ ਮੈਂ ਮਾਫੀ ਦਾ ਜਾ ਸਕਾਂ ਕਿ ਸਾਨੂੰ ਹੁਣ ਅੱਗੇ ਨਾਲੋਂ ਫਿਰਨ ਤੁਰਨ ਦਾ ਖੁੱਲ੍ਹਾ ਹੋ ਗਿਆ, ਅਸੀਂ ਕੱਪੜੇ ਖਰੀਦ ਸਕਦੀਆਂ ਅਸੀਂ ਜੋ ਮਰਜ਼ੀ ਪਾ ਸਕਦੀਆਂ ਆ, ਠੀਕ ਆ, ਬਹੁਤ ਵਧੀਆ ਗੱਲ ਹੈਗੀ ਆ। ਪਰ ਜਿਹੜੀਆਂ ਮਲਟੀ ਕਾਰਪੋਰੇਟਸ ਨੇ ਉਹਨਾਂ ਦੀ ਪੂਰੀ ਤਰ੍ਹਾਂ ਇਸ ਗੱਲ ਦੇ ਉੱਤੇ ਨਜ਼ਰ ਆ ਕਿ ਉਹ ਤੁਹਾਨੂੰ ਕਿਸ ਤਰ੍ਹਾਂ ਉਹਨਾਂ ਨੇ ਮੈਨੀਪੂਲੇਟ ਕਰਨਾ, ਸਾਡੇ ਹੱਕਾਂ ਨੂੰ ਕਿੱਦਾਂ ਲੈਣਾ ਆ, ਉਹਨਾਂ ਦੀ ਪੂਰੀ ਇੰਟਰਫੀਅਰੈਂਸ ਉਹ ਤੁਹਾਡੇ ਮਤਲਬ ਕਹਿਣ ਦਾ ਵੀ ਜੋ ਕੁਛ ਉਹ ਤੁਹਾਨੂੰ ਉਹਨਾਂ ਨੇ ਇਹ ਗੱਲ ਦੇਖ ਲਿਆ ਕਿ ਹੁਣ ਇਹ ਆਜ਼ਾਦੀ ਵੱਲ ਨੂੰ ਲੇਡੀਜ਼ ਹੋਈਆਂ ਵੀਮਨਸ ਨੇ ਤੇ ਇਹਨਾਂ ਨੂੰ ਕਿੱਦਾਂ ਉਹਨਾਂ ਨੇ ਹੋਰ ਪਾਸੇ ਨੂੰ ਪਾਤਾ ਕਿ ਅਸੀਂ ਜਿਹੜੇ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਨੇ ਜਾਂ ਸਾਡੀਆਂ ਇਹ ਚੀਜ਼ਾਂ ਨੇ ਇਹ ਜ਼ਰੂਰੀ ਨੇ, ਮੈਂ ਨਹੀਂ ਕਹਿੰਦਾ ਨਹੀਂ ਇਹ ਵੀ ਚਾਹੀਦੀਆਂ ਨੇ, ਪਰ ਅਸੀਂ ਇਹਦੇ ਵਿੱਚ ਨਾ ਫਸੇ ਰਹਿ ਜਾਈਏ। ਸਾਨੂੰ ਜਿਹੜੇ ਸਾਡੇ ਲਈ ਬਹੁਤ ਜ਼ਰੂਰੀ ਹੋਊਗਾ ਕਿ ਅਸੀਂ ਜਿਹੜੇ ਹੱਕ ਹੈ ਸਾਡੇ ਆਪਣੇ ਧੀਆਂ ਦੇ ਜਾਂ ਆਪਣੇ ਬੱਚਿਆਂ ਦੇ ਉਹਨਾਂ ਵੱਲ ਜਾਗਰਤੀ ਸਾਡੀ ਜ਼ਰੂਰੀ ਹੋਣੀ ਚਾਹੀਦੀ ਆ। ਜਿਹੜੀ ਵੀਮਨਸ ਹੈਗੀ ਆ ਯੂਨੀਅਨਸ ਇਹਨਾਂ ਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ, ਇਹਦੇ ਵਿੱਚ ਕੰਮ ਕਰਨਾ ਜ਼ਰੂਰ ਆ, ਬਹੁਤ ਜ਼ਰੂਰੀ ਆ। ਜੇ ਯੂਨੀਅਨਸ ਹੈਗੀਆਂ ਤਾਂ ਅਸੀਂ ਹੋਰ ਹੱਕ ਲੈ ਸਕਦੇ ਹਾਂ ਜੀ। ਹਾਂਜੀ ਇਹ ਬਿਲਕੁਲ ਭਗਵੰਤ ਜੀ ਤੁਸੀਂ ਸਹੀ ਕਹਿ ਰਹੇ ਆ ਕਿਉਂਕਿ ਇਹ ਯੂਨੀਅਨ ਦੀ ਸ਼ਮੂਲੀਅਤ ਤੋਂ ਬਿਨਾਂ ਯੂਨੀਅਨ ਦੇ ਵਿੱਚ ਸ਼ਮੂਲੀਅਤ ਤੋਂ ਬਿਨਾਂ ਕੋਈ ਵੀ ਲੜਾਈ ਜਿਹੜੀ ਉਹ ਅਸੀਂ ਕਾਮਯਾਬ ਨਹੀਂ ਕਰ ਸਕਦੇ। ਬਿਲਕੁਲ ਹੁਣ ਮੈਂ ਉਹ ਜਿਹੜਾ ਇਹਨਾਂ ਨੇ ਗੱਲ ਕੀਤੀ ਕਲਾਰਾ ਜ਼ੈਟਕਿਨ ਦੀ ਉਸ ਸਮੇਂ ਦੇ ਵਿੱਚ 1917 ਦੇ ਵਿੱਚ ਜਦੋਂ ਕਿ ਰੈਵੋਲੂਸ਼ਨ ਆ ਚੁੱਕਾ ਸੀਗਾ ਰਸ਼ੀਆ ਦੇ ਵਿੱਚ ਉਸ ਵੇਲੇ ਔਰਤਾਂ ਨੇ ਸਟ੍ਰਾਈਕ ਕੀਤੀ ਸੀ, ਬਹੁਤ ਵੱਡੀ ਸਟ੍ਰਾਈਕ ਕੀਤੀ ਸੀ ਪੂਰੇ ਦੇਸ਼ ਦੇ ਵਿੱਚ। ਉਹ ਜਿਹੜੀ ਲੜਾਈ ਸੀ ਉਹ ਸਪਰੈਡ ਹੋ ਗਈ ਸੀ। ਉਹਦੇ ਵਿੱਚ ਉਹਨਾਂ ਨੇ ਔਰਤਾਂ ਨੇ ਕੀ ਮੰਗ ਕੀਤੀ ਕਿ ਸਾਨੂੰ ਬ੍ਰੈਡ ਐਂਡ ਪੀਸ ਚਾਹੀਦਾ। ਉਹਦਾ ਅੱਜ ਕੱਲ੍ਹ ਉਹਨੂੰ ਪੋਪੂਲਰਲੀ ਉਹਨੂੰ ਜਾਣਿਆ ਜਾਂਦਾ ਬ੍ਰੈਡ ਐਂਡ ਰੋਜ਼ਸ ਰੋਜ਼ਸ। ਉਹ ਹੈ ਕਿ ਉਹ ਕਹਿੰਦੇ ਸੀ ਕਿ ਲੜਾਈ ਨੂੰ ਖਤਮ ਕਰੋ ਕਿਉਂਕਿ ਉਦੋਂ ਸਿਵਲ ਵੋਰ ਲੱਗੀ ਸੀ, ਹਜੇ ਵੀ ਚੱਲਦੀ ਸੀ ਕਿ ਸਿਵਲ ਵੋਰ ਨੂੰ ਖਤਮ ਕਰੋ। ਤੇ ਦੂਸਰੀ ਸੀਗੀ ਸੈਕੰਡ ਵਰਲਡ ਵੋਰ, ਹਜੇ ਖਤਮ ਨਹੀਂ ਹੋਈ ਸੀ, 1918 ਦੇ ਵਿੱਚ ਖਤਮ ਹੋਈ ਉਹ। ਤੇ ਉਹ ਇਹਨਾਂ ਦੋ ਚੀਜ਼ਾਂ ਦੇ ਉੱਤੇ ਉਹਨਾਂ ਨੇ ਬਹੁਤ ਵੱਡੀ ਸਟ੍ਰਾਈਕ ਕੀਤੀ ਸੀ ਔਰ ਫਿਰ ਜਿੱਤ ਵੀ ਪ੍ਰਾਪਤ ਕੀਤੀ ਸੀ। ਇਹਨਾਂ ਨੇ ਗੱਲ ਕੀਤੀ ਹੈ ਸੋਫੀਆ ਦਲੀਪ ਸਿੰਘ ਦੀ। ਸੋਫੀਆ ਦਲੀਪ ਸਿੰਘ ਦੇ ਨਾਲ ਬਹੁਤ ਸਾਰੀਆਂ ਹੋਰ ਔਰਤਾਂ ਸੀ, ਸਿਲਵੀਆ
ਜੋਰਜੀਆ ਪੈਂਕਹਰਸਟ ਸੀ, ਉਹਦੀ ਲੜਕੀ ਸੀ। ਸਾਡੇ ਡਰਬੀ ਦੇ ਵਿੱਚੋਂ ਇੱਕ ਔਰਤ ਦਾ ਨਾਂ ਐਲਿਸ ਵੀਲਡਨ ਹੈ ਜੀ। ਉਹ ਜਿੱਥੇ ਉਹ ਇਸ ਵਾਸਤੇ ਲੜਾਈ ਲੜ ਰਹੀ ਸੀ ਕਿ ਔਰਤਾਂ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ, ਉਹ ਇਸ ਲਈ ਵੀ ਕਰ ਰਹੀ ਸੀ ਕਿ ਜਿਹੜੀ ਪਹਿਲੀ ਵਰਲਡ ਵਾਰ ਸੀਗੀ ਉਹ ਇੰਪੀਰੀਅਲਿਸਟ ਵਾਰ ਆ, ਉਹਦੇ ਖਿਲਾਫ ਪੁਰਜ਼ੋਰ ਉਹਨੇ ਆਵਾਜ਼ ਉਠਾਈ ਸੀ। ਉਹ ਜਿਹੜੇ ਬੱਚੇ ਦੌੜਾਉਂਦੇ ਸੀਗੇ ਆਰਮੀ ਛੱਡ ਕੇ, ਉਹਨਾਂ ਨੂੰ ਆਪਣੇ ਘਰ ਲੁਕਾਉਂਦੀ ਹੁੰਦੀ ਸੀ। ਤੇ ਉਹਦੇ ਉੱਤੇ ਕੇਸ ਚੱਲਿਆ ਸੀਗਾ ਕਿ ਇਹਨੇ ਕੰਸਪੀਰੇਸੀ ਕੀਤੀ ਆ ਕਿ ਉਦੋਂ ਦਾ ਜਿਹੜਾ ਰਾਜਾ ਹੋਊਗਾ, ਮੈਨੂੰ ਹੁਣ ਯਾਦ ਨਹੀਂ ਉਦੋਂ ਦਾ ਰਾਜਾ ਕੌਣ ਸੀ, ਕਿ ਉਹਨੂੰ ਮਾਰਨ ਦੀ ਕੰਸਪੀਰੇਸੀ ਕੀਤੀ ਸੀ ਤੇ ਉਹ ਜੇਲ੍ਹ 'ਚ ਰਹੀ ਸੀ ਤੇ ਜੇਲ੍ਹ ਦੇ ਵਿੱਚ ਉਹ ਮਰ ਗਈ ਸੀ। ਅੱਜ ਉਹਦੀਆਂ ਪੜੋਤੀਆਂ ਜਿਹੜੀਆਂ ਆ ਉਹਦਾ ਨਾਂ ਕਲੀਅਰ ਕਰਨ ਵਾਸਤੇ ਲੜਾਈ ਲੜ ਰਹੀਆਂ। ਹਾਂਜੀ, ਤੇ ਇਹ ਜਿਹੜੀ ਹੈਗੀ ਆ ਸਟਰਗਲ ਆ, ਇਹ ਟ੍ਰੇਡ ਯੂਨੀਅਨ ਤੋਂ ਬਿਨਾਂ ਇਹ ਕਾਮਯਾਬ ਨਹੀਂ ਹੋ ਸਕਦੀ। ਅੱਜ ਵੀ ਔਰਤਾਂ ਭਾਵੇਂ ਉਹ ਇੰਨਾ ਸਾਲ ਹੋ ਗਏ ਆ ਕਿ ਕਾਨੂੰਨ ਬਣੇ ਨੂੰ ਕਿ ਇਕੁਅਲ ਪੇ ਰਾਈਟ ਮਿਲੇ ਨੂੰ, ਪਰ ਅੱਜ ਵੀ ਬ੍ਰਿਟਨ ਦੇ ਵਿੱਚ ਜੀ ਔਰਤਾਂ 7.9% ਉਹਨਾਂ ਦੀ ਤਨਖਾਹ ਜਿਹੜੀ ਉਹ ਘੱਟ ਆ। ਜੇ ਮਰਦ ਨੂੰ 100 ਮਿਲਦਾ ਆ ਤੇ ਉਹਨੂੰ ਤਕਰੀਬਨ 92 ਰੁਪਏ ਪਾਉਂਡ ਤਨਖਾਹ ਮਿਲਦੀ ਆ। ਤੇ ਜਿਹੜੀਆਂ ਕਾਲੀਆਂ ਔਰਤਾਂ ਆ ਜਿਨ੍ਹਾਂ ਦੇ ਵਿੱਚ ਅਸੀਂ ਵੀ ਆਉਂਦੇ ਆ, ਏਸ਼ੀਅਨ ਵੀ, ਉਹਨਾਂ ਦੀ ਹੋਰ ਵੀ ਉਹਨਾਂ ਦੀ ਗੋਰਿਆਂ ਦੇ ਮੁਤਾਬਕ, ਮਰਦਾਂ ਦੇ ਮੁਤਾਬਕ ਨਹੀਂ, ਗੋਰਿਆਂ ਤੇ ਕਾਲਿਆਂ ਦੀ ਜਿਹੜੀ ਤਨਖਾਹ ਦਾ ਹੈਗਾ ਫਰਕ ਉਹ 20%। ਬਿਲਕੁਲ ਬਿਲਕੁਲ। ਔਰਤਾਂ ਦਾ 20%, ਕਾਲੀਆਂ ਔਰਤਾਂ ਦਾ 20% ਘੱਟ ਤਨਖਾਹ ਮਿਲਦੀ ਹੈ ਇਸ ਮੁਲਕ ਦੇ ਵਿੱਚ। ਬਿਲਕੁਲ ਬਿਲਕੁਲ। ਮੈਨੂੰ ਭੈਣ ਜੀ ਯਾਦ ਆ ਰਿਹਾ, BBC ਦੀ ਇੱਕ ਜਿਹੜੀ ਹੈਗੀ ਪ੍ਰੈਜ਼ੈਂਟਰ ਹੈਗੀ ਸਮੀਰਾ ਅਹਿਮਦ, ਉਹਦਾ ਪਿਛਲੇ ਮੇਰੇ ਖਿਆਲ ਪਿਛਲੇ ਸਾਲ ਹੀ ਉਹਦਾ ਜਿਹੜਾ ਹੈਗਾ ਆ ਉਹ ਕੇਸ ਚੱਲਿਆ ਸੀਗਾ, ਜਿਹਦੇ ਵਿੱਚ ਮੈਂ ਇਸ ਸਵਾਲ ਵੱਲ ਹੀ ਆਉਣਾ ਚਾਹੁੰਦਾ। ਆਪਣਾ ਸਮਾਂ ਵੀ ਤਕਰੀਬਨ 10 ਮਿੰਟ ਹੀ ਰਹਿੰਦੇ ਆ। ਮੇਰੇ ਕੋਲ 2-3 ਸਵਾਲ ਹੈਗੇ ਜਿਹੜੇ ਮੈਂ ਚਾਹੁੰਦਾ ਕਿ ਆਪਾਂ ਸਾਡੇ ਦਰਸ਼ਕਾਂ ਨਾਲ ਉਹਨਾਂ ਟੌਪਿਕਸ 'ਤੇ, ਉਹਨਾਂ ਇਸ਼ੂਜ਼ 'ਤੇ ਆਪਾਂ ਗੱਲ ਕਰੀਏ। ਅਤੇ ਉਹਦੇ ਵਿੱਚ ਇਹ ਹੈਗਾ ਵੀ ਜਿਹੜਾ ਕਾਨੂੰਨ ਬਣ ਜਾਂਦਾ, ਪਰ ਸਮਾਜ ਦੇ ਵਿੱਚ ਜਿਹੜੀ ਤਬਦੀਲੀ ਆਉਂਦੀ ਆ ਉਹ ਬਹੁਤ ਬਾਅਦ ਵਿੱਚ ਆਉਂਦੀ ਆ। ਬਹੁਤ ਵਾਰੀ ਇਹ ਪੜ੍ਹਨ ਦੇ ਵਿੱਚ ਵੀ ਆਇਆ ਕਿ ਜਿਹੜੇ ਯੂਨੀਅਨ ਦੇ ਵਿੱਚ ਮਰਦ ਵੀ ਸੀਗੇ, ਉਹਨਾਂ ਦਾ ਵੀ ਜਿਹੜਾ ਰਵੱਈਆ ਸੀਗਾ ਔਰਤਾਂ ਦੇ ਪ੍ਰਤੀ ਉਹ ਓਨਾ ਅਸਾਰੂ ਨਹੀਂ ਸੀਗਾ ਜਿੰਨਾ ਕਿ ਹੋ ਸਕਦਾ ਸੀ। ਸੋ ਇਹ ਉਸ ਸਮੇਂ ਦੀ ਜਿਹੜੀ ਗੱਲ ਹੈਗੀ ਆ। ਸੋ ਤੁਸੀਂ ਤੁਹਾਡੇ ਐਕਸਪੀਰੀਅੰਸ ਤੋਂ ਕੀ ਹੈਗਾ ਕਿ ਇਸ ਜਿਹੜੀ ਸਮਾਜਿਕ ਤਬਦੀਲੀ ਹੈਗੀ ਆ, ਜਿਹੜੇ ਚੰਗੇ ਲਈ ਅਸੀਂ ਲਿਆਉਣੀ ਆ, ਉਹਨੂੰ ਕਿੱਦਾਂ ਅਸੀਂ ਥੋੜ੍ਹਾ ਸਪੀਡ ਅਪ ਕਰ ਸਕਦੇ ਹੈਗੇ ਆ? ਕੀ ਅਸੀਂ ਕਰੀਏ? ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਰੇਜ਼ ਕਰੀਏ? ਕਿਵੇਂ ਅਸੀਂ ਇਹ ਜਿਹੜੇ ਇਸ਼ੂ ਆਪਣੇ ਘਰਾਂ ਦੇ ਵਿੱਚ ਡਿਸਕਸ ਕਰੀਏ ਤਾਂ ਕਿ ਜਿਹੜੇ ਸਾਡੇ ਬੱਚੇ ਜਿਹੜੇ ਹੈਗੇ ਆ ਜਾਂ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਆ ਉਹ ਇਹਨੂੰ ਮੰਨ ਕੇ ਚੱਲਣ ਕਿ ਇਹ ਅਸੀਂ ਸਾਰੇ ਬਰਾਬਰ ਹੈਗੇ ਆ, ਸਾਡੇ ਜਿਹੜੇ ਅਧਿਕਾਰ ਹੈਗੇ ਉਹ ਬਰਾਬਰ ਹੈਗੇ ਆ। ਕਾਨੂੰਨ ਭਾਵੇਂ ਨਾ ਵੀ ਹੋਵੇ ਹੈਗਾ ਆ, ਬਹੁਤ ਵਧੀਆ ਆ, ਪਰ ਜੇ ਨਾ ਵੀ ਹੋਵੇ ਤਾਂ ਵੀ ਜਿਹੜਾ ਹੈਗਾ ਆ ਇਸ ਗੱਲ ਨੂੰ ਰੈਕੋਗਨਾਈਜ਼ ਕੀਤਾ ਜਾਵੇ ਕਿ ਜਿਹੜਾ ਮਿਹਨਤ ਕਰਨ ਵਾਲਾ ਆ, ਚਾਹੇ ਉਹ ਕਾਲਾ ਆ, ਚਾਹੇ ਉਹ ਚਿੱਟਾ ਆ, ਚਾਹੇ ਉਹ ਔਰਤ ਆ, ਚਾਹੇ ਉਹ ਮਰਦ ਆ, ਉਹਦੇ ਨਾਲ ਇਹਨਾਂ ਕਿਸੇ ਵੀ ਬੇਸ 'ਤੇ ਜਿਹੜਾ ਹੈਗਾ ਉਹ ਡਿਫਰੈਂਸ ਨਾ ਹੋਵੇ। ਸੋ ਤੁਸੀਂ ਇਹਨੂੰ ਕਿੱਦਾਂ ਦੇਖਦੇ ਆ ਕਿ ਅਸੀਂ ਇਹਦੇ ਲਈ ਕੀ ਕਰ ਸਕਦੇ ਹਾਂ? ਮੈਂ ਇਸ ਤੋਂ ਪਹਿਲਾਂ ਤਾਂ ਮੈਨੂੰ ਖਿਆਲ ਆਉਂਦਾ, ਆਪਣੇ ਰਜਿੰਦਰ ਜੀ ਸਾਡੇ ਵੀਰ ਹੋਣੀ ਆਏ ਹੋਏ ਨੇ, ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਭਾਂਡੇ ਮਾਂਜਣ ਦੀ ਟ੍ਰੇਨਿੰਗ ਸਾਨੂੰ ਵੀ ਸਾਰਿਆਂ ਨੂੰ ਦਿੱਤੀ ਜਾਵੇ? ਹਾਂਜੀ, ਭਾਂਡੇ ਮਾਂਜਣ ਦੀ ਟ੍ਰੇਨਿੰਗ ਸਾਨੂੰ ਮਿਲਣੀ ਚਾਹੀਦੀ ਹੈ ਸਾਰਿਆਂ ਨੂੰ। ਹਾਂਜੀ, ਹੁਣ ਮੈਨੂੰ TV 'ਤੇ ਕਹਿੰਦੇ ਨੇ ਵੀ ਥੋੜ੍ਹੇ ਆ ਦੱਸਣਗੇ। ਹਾਂ, ਨਹੀਂ ਦੇਖੋ, ਜਿਹੜੇ ਇਹ ਕੰਮ ਹੈਗੇ ਆ, ਜਿਹੜੇ ਸੋ ਕਾਲਡ ਜਿਹੜੇ ਹੈਗੇ ਅਸੀਂ ਸਿਰਫ ਔਰਤਾਂ ਦੇ ਹਿੱਸੇ ਪਾਏ ਉਹ ਹੈਗੇ ਆ। ਬਿਲਕੁਲ, ਇਹ ਜਿਹੜਾ ਕੰਮ ਆ ਉਹ ਕੋਈ ਇੱਦਾਂ ਦੀ ਚੀਜ਼ ਨਹੀਂ ਹੈਗੀ ਕਿ ਔਰਤਾਂ ਦਾ ਕੰਮ ਆ, ਇਹ ਮਰਦਾਂ ਦਾ ਕੰਮ ਆ। ਇਹ ਜਿਹੜੀ ਸਾਡੀ ਸੋਚ ਹੈਗੀ ਆ, ਇਹਨੂੰ ਸਾਨੂੰ ਥੋੜ੍ਹੀ ਬਦਲਣ ਦੀ ਲੋੜ ਆ। ਆਪਾਂ ਸੀਰੀਅਸ ਨੋਟ 'ਤੇ ਭੈਣ ਜੀ, ਹਾਂਜੀ, ਸੀਰੀਅਸ ਨੋਟ ਦੇ ਉੱਤੇ ਮੈਂ ਇੱਕ 2-3 ਸੈਕਿੰਡਾਂ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਵਾਇਲੈਂਸ ਵਧਿਆ ਹੋਇਆ ਪਹਿਲਾਂ ਉਹਨੂੰ ਇਸ ਮੁਲਕ ਦੇ ਵਿੱਚ ਵੀ ਆਪਾਂ ਪਿਛਲੇ ਸਾਲ 170 ਕੇਸਿਸ ਹੋਏ ਆ ਸੈਕਸੁਅਲ ਵਾਇਲੈਂਸ ਦੇ ਰਿਕਾਰਡਡ। ਬਹੁਤ ਸਾਰੇ ਰਿਕਾਰਡਡ ਨਹੀਂ ਹੁੰਦੇ, ਉਹਨਾਂ ਦੇ ਵਿੱਚੋਂ 63,000 ਕੇਸਿਸ ਜਿਹੜੇ ਉਹ ਕਰਦੇ ਰੇਪ ਦੇ ਸੀ ਇਸ ਮੁਲਕ ਦੇ ਵਿੱਚ। ਉਹਨਾਂ ਦੀ ਜਿਹੜੀ ਕਨਵਿਕਸ਼ਨ ਹੁੰਦੀ ਆ, ਜਿਹੜੇ ਉਹਨਾਂ ਨੂੰ ਸਜ਼ਾ ਹੁੰਦੀ ਆ, ਹਾਂਜੀ, ਸਜ਼ਾ ਜਿਹੜੀ ਹੁੰਦੀ ਹੈ ਸਿਰਫ 1.3% ਮਰਦਾਂ ਨੂੰ ਹੁੰਦੀ। ਠੀਕ ਹੈ। ਇਸੇ ਤਰ੍ਹਾਂ ਇੰਡੀਆ ਦੇ ਵਿੱਚ 88
88 ਔਰਤਾਂ ਰੋਜ਼ ਜੀ ਰੇਪ ਹੁੰਦੀਆਂ ਜੀ, ਪਰ ਉਹਨਾਂ ਦੇ ਵਿੱਚੋਂ 27% ਜਿਹੜੇ ਆ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ, ਜਿਹੜੇ ਪਰਪੀਟ੍ਰੇਟਰ ਹੁੰਦੇ ਜਿਨ੍ਹਾਂ ਨੇ ਗੁਨਾਹ ਕੀਤਾ ਹੁੰਦਾ। ਇਹ ਰਜਿਸਟਰ ਹੋਣੀਆਂ, ਰਿਕਾਰਡਡ ਹੋਣੀਆਂ ਇਹ। ਹਾਂਜੀ, ਇਹ ਰਿਕਾਰਡਡ ਆ। ਉੱਦਾਂ ਤੇ ਬਹੁਤ ਹੱਦ ਤੋਂ ਜ਼ਿਆਦਾ ਆ, ਪਰ ਜਿਹੜੇ ਇਹ ਰਿਕਾਰਡਡ ਕੇਸਿਸ ਆ, ਇਹਦੇ ਨਾਲ ਹੀ ਜਿਹੜੇ ਆਪਾਂ ਦਾਜ ਦੀ ਗੱਲ ਨਹੀਂ ਕਰ ਸਕੇ, ਪਰ ਉਹ ਦਾਜ ਦੇ ਵਾਸਤੇ ਲੜਕੀਆਂ 20 ਲੜਕੀਆਂ ਰੋਜ਼ ਦੀਆਂ ਦਾਜ ਦੀ ਬਲੀ ਚੜ੍ਹਦੀਆਂ ਰੋਜ਼, ਔਰ ਉਹ ਰਿਕਾਰਡਡ ਆ। ਫਿਰ ਮੁੜ ਕੇ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਵੀ ਅਸੀਂ ਕਿਸ ਤਰ੍ਹਾਂ ਇਹਨੂੰ ਅੱਗੇ ਲਿਜਾ ਸਕਦੇ ਹਾਂ, ਇਹ ਕੋਈ ਇੱਕ ਮਰਦ ਦਾ ਮਸਲਾ ਨਹੀਂ, ਇੱਕ ਔਰਤ ਦਾ ਮਸਲਾ ਨਹੀਂ। ਇਹ ਮਸਲਾ ਜਿਸ ਤਰ੍ਹਾਂ ਆਪਾਂ ਸ਼ੁਰੂ 'ਚ ਕਿਹਾ ਸੀ, ਇਹ ਪੈਟਰੀਆਰਕੀ, ਪਿਤਰੀ ਪ੍ਰਥਾ ਜਿਹੜੀ ਹੈ, ਜਿਹੜੀ ਪੈਟਰੀਆਰਕਲ ਸਿਸਟਮ ਆ, ਉਹਨੂੰ ਸਾਨੂੰ ਤੋੜਨ ਦੀ ਲੋੜ ਆ। ਉਹ ਅਸੀਂ ਕਿੱਦਾਂ ਤੋੜਨੀ ਆ, ਉਹ ਸਾਡੇ ਅਵੇਅਰਨੈਸ ਰੇਜ਼ ਕਰਕੇ ਤੋੜਨੀ ਆ। ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਇਨਹੈਰੀਟੈਂਸ ਦਾ ਰੋਲ ਮਿਲਦਾ ਨਹੀਂ, ਕਿ ਬਾਪ ਜਾਇਦਾਦ ਆਪਣੀ ਲੜਕਿਆਂ ਨੂੰ ਦਿੰਦਾ, ਲੜਕੀਆਂ ਨੂੰ ਨਹੀਂ ਦਿੰਦਾ। ਇਸ ਮੁਲਕ ਦੇ ਵਿੱਚ ਅਸੀਂ ਉਹ ਜਿਹੜੀ ਚੀਜ਼ ਹੈ ਉਹਨੂੰ ਇੱਥੇ ਵੀ ਲੈ ਕੇ ਆਏ ਹਾਂ। ਇਸ ਮੁਲਕ ਦੇ ਵਿੱਚ ਕਾਨੂੰਨ ਆ ਇੱਕ, ਇਹ ਅਵੇਅਰਨੈਸ ਰੇਜ਼ ਕਰਨ ਦੀ ਗੱਲ ਆ ਕਿ ਇਸ ਮੁਲਕ ਦੇ ਵਿੱਚ ਕਾਨੂੰਨ ਆ ਕਿ ਜੇ ਤੁਸੀਂ ਕਿਸੇ ਬੱਚੇ ਨੂੰ ਆਪਣੀ ਵਿਲ ਚੋਂ ਬਾਹਰ ਰੱਖਣਾ ਆ ਤੇ ਤੁਹਾਨੂੰ ਇਹ ਲਿਖ ਕੇ ਕਲੀਅਰਲੀ ਲਿਖ ਕੇ ਦੇਣਾ ਪਊਗਾ ਕਿ ਕਿਉਂ ਤੁਸੀਂ ਉਸ ਬੱਚੇ ਨੂੰ ਆਪਣੀ ਜਾਇਦਾਦ ਦਾ ਹੱਕ ਨਹੀਂ ਦੇਣਾ। ਪਰ ਅਸੀਂ ਇਸ ਮੁਲਕ 'ਚ ਵੀ ਇਹ ਕਾਨੂੰਨ ਨੂੰ ਜਾਣੇ ਤੋਂ ਬਿਨਾਂ ਅਸੀਂ ਚੁੱਪ ਕਰਕੇ ਆਪਣੇ ਲੜਕਿਆਂ ਨੂੰ ਦਿੰਦੇ ਹਾਂ, ਲੜਕੀਆਂ ਨੂੰ ਵਾਂਝੇ ਰੱਖਦੇ ਹਾਂ। ਪਰ ਅੱਜ ਲੜਕੀਆਂ ਜਿਹੜੀਆਂ ਸਾਡੀਆਂ ਆ ਉਹ ਸਾਡੀ ਰਿਸਪੈਕਟ ਕਰਦੀਆਂ ਆ, ਉਹ ਇਹ ਸੋਚਦੇ ਆ ਕਿ ਅਸੀਂ ਆਪਣੇ ਮਾਂ-ਬਾਪ ਦੀ ਜਿਹੜੀ ਆ ਉਹ ਇੱਜ਼ਤ ਨਹੀਂ ਕਰਨੀ ਖਰਾਬ, ਇਸ ਕਰਕੇ ਉਹ ਚੁੱਪ-ਚਾਪ ਕਰਕੇ ਸਹਿ ਲੈਂਦੀਆਂ। ਪਰ ਉਹ ਸਮਾਂ ਆ ਇਹ ਸਮਾਂ ਆ ਸਕਦਾ ਆ ਜਿਹਦੇ ਵਿੱਚ ਲੜਕੀਆਂ ਕਹਿਣ ਕਿ ਨਹੀਂ, ਇਹ ਮੈਨੂੰ ਕਾਨੂੰਨੀ ਹੱਕ ਆ, ਇਹ ਜਿਹੜਾ ਕਾਨੂੰਨੀ ਹੱਕ ਹੈ ਮੈਂ ਲੈਣਾ ਆ। ਤੇ ਕਿਉਂਕਿ ਇਹ ਬਰਾਬਰਤਾ ਦਾ ਹੱਕ ਆ, ਜਿੱਥੇ ਅਸੀਂ ਰੋਜ਼ ਇਹ ਗੱਲ ਕਰਦੇ ਕਿ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਅਸੀਂ ਇਕੁਐਲਿਟੀ ਲਈ ਲੜਦੇ ਹਾਂ, ਪਰ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਕੀ ਇਕੁਐਲਿਟੀ ਦਿੰਦੇ ਹਾਂ? ਔਰ ਸਾਨੂੰ ਕੀ ਪਤਾ ਹੈ ਇਹਨਾਂ ਕਾਨੂੰਨਾਂ ਦੇ ਬਾਰੇ ਦੇ ਵਿੱਚ? ਇਹ ਅਸੀਂ ਅਵੇਅਰਨੈਸ ਰੇਜ਼ ਕਰਕੇ ਹੀ ਕਰ ਸਕਦੇ। ਇਹ ਨਹੀਂ ਵੀ ਅਸੀਂ ਉਲਟਾ ਕੰਮ ਕਰਨਾ ਸ਼ੁਰੂ ਕਰੀਏ, ਨਹੀਂ, ਉਲਟ ਨਹੀਂ ਅਸੀਂ ਕਰਨਾ। ਅਸੀਂ ਨਾਲ ਰਲ ਕੇ ਆਪਣੇ ਮਰਦਾਂ ਨੂੰ ਸਮਝਾ ਕੇ ਅਵੇਅਰਨੈਸ ਰੇਜ਼ ਕਰਕੇ ਇਸ ਜਿਹੜੀ ਪਿਤਰੀ ਪ੍ਰਥਾ ਆ ਇਹਨੂੰ ਅਸੀਂ ਤੋੜਨਾ ਆ, ਅਤੇ ਉਹ ਤੋੜ ਕੇ ਅਸੀਂ ਉਹ ਸੰਵਾਦ ਬਰਾਬਰਤਾ ਉਹ ਲਿਆਉਣੀ ਆ, ਅਸੀਂ ਇਹ ਰਲ ਕੇ ਲੈ ਕੇ ਆਉਣੀ ਆ। ਔਰ ਇਸ ਤੋਂ ਬਿਨਾਂ ਹੋਰ ਕੋਈ ਸਾਡੇ ਕੋਲ ਰਾਹ ਨਹੀਂ ਹੈਗਾ। ਅਸੀਂ ਆਪਣੇ ਕਿੰਨਾ ਕੁ ਚਿਰ ਅਸੀਂ ਆਪਣੀਆਂ ਲੜਕੀਆਂ ਨੂੰ ਅਸੀਂ ਉਹਨਾਂ ਨੂੰ ਇਹ ਤੋਂ ਵਾਂਝੇ ਬਰਾਬਰ ਦੇ ਹੱਕ ਦੇਣ ਤੋਂ ਵਾਂਝੇ ਰੱਖੀ। ਬਿਲਕੁਲ ਭੈਣ ਜੀ, ਇਹਦੇ ਤੋਂ ਹੀ ਜੇ ਅਸੀਂ ਅੱਗੇ ਆਉਂਦੇ ਹਾਂ, ਸਾਡੇ ਕਿਸੇ ਵੀ ਜਿਹੜਾ ਨੌਜਵਾਨ ਹੈਗਾ, ਬੱਚਾ ਹੈਗਾ, ਬੱਚੇ ਤੋਂ ਨੌਜਵਾਨ ਜਦੋਂ ਹੁੰਦਾ, ਉਹਨਾਂ ਦੇ ਲਈ ਜਿਹੜੇ ਰੋਲ ਮਾਡਲ ਹੁੰਦੇ ਆ ਉਹ ਬੜਾ ਇੰਪੋਰਟੈਂਟ ਰੋਲ ਜਿਹੜਾ ਹੈਗਾ ਉਹ ਪਲੇ ਕਰਦੇ ਹੈਗੇ ਆ। ਕਿਸੇ ਦਾ ਰੋਲ ਮਾਡਲ ਉਹ ਫੁੱਟਬਾਲਰ ਹੋ ਸਕਦਾ, ਕਿਸੇ ਦਾ ਕੋਈ TV ਐਕਟਰ ਹੋ ਸਕਦਾ ਜਾਂ ਐਕਟਰੈਸ ਹੋ ਸਕਦੀ ਆ, ਜਾਂ ਉਹਦਾ ਕੋਈ ਲੇਖਕ ਹੋ ਸਕਦਾ, ਕੋਈ ਗਾਇਕ ਹੋ ਸਕਦਾ। ਸੋ ਜਦੋਂ ਮੈਂ ਨਿਗਾਹ ਮਾਰਦਾ, ਹੋ ਸਕਦਾ ਇਹ ਮੇਰੀ ਇਨਫੋਰਮੇਸ਼ਨ ਦੀ ਘਾਟ ਹੋਵੇ, ਤੁਸੀਂ ਮੈਨੂੰ ਇਹਦੇ 'ਤੇ ਦਰੁਸਤ ਕਰਿਓ, ਕਿ ਸਾਡੇ ਸਮਾਜ ਦੇ ਵਿੱਚ ਅਸੀਂ ਰੋਲ ਮਾਡਲ ਵੀ ਡਿਵੈਲਪ ਕੀਤੇ ਆ ਕਿ ਜਿਨ੍ਹਾਂ ਵੱਲ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੀਆਂ ਬੱਚੀਆਂ ਨੂੰ ਪੁਆਇੰਟ ਆਊਟ ਕਰ ਸਕੀਏ ਕਿ ਇੱਕ ਜਿਹੜੀ ਜ਼ਿੰਦਗੀ ਆ ਉਹ ਇੱਦਾਂ ਦੀ ਵੀ ਜਿਹੜੀ ਹੈਗੀ ਆ ਉਹ ਬਤੀਤ ਕੀਤੀ ਜਾ ਸਕਦੀ ਆ, ਜਿਨ੍ਹਾਂ ਗੱਲਾਂ ਦੀ ਅਸੀਂ ਗੱਲ ਕਰਦੇ ਹਾਂ, ਤਾਂ ਕਿ ਉਹ ਉਹਨਾਂ ਦੇ ਕੋਲੋਂ ਸਿੱਖਣ। ਸੋ ਆਪਣੇ ਕੋਲ ਸਮਾਂ ਜਿਹੜਾ ਹੈਗਾ ਉਹ 3 ਮਿੰਟ ਹੈਗਾ। ਮੈਂ ਇਹ ਚਾਹੂੰਗਾ ਡਿਸਕਸ਼ਨ ਲਈ ਸਮਾਂ ਤਾਂ ਹੋਰ ਬਹੁਤ ਜ਼ਿਆਦਾ ਚਾਹੀਦਾ ਸੀ, ਪਰ ਥੋੜ੍ਹੇ ਜਿਹੇ ਇਹਨੂੰ ਬਰੀਫ ਕਰਕੇ ਜੇ ਆਪਾਂ ਇਸ ਪੁਆਇੰਟ ਨੂੰ ਕਵਰ ਕਰ ਲਈਏ। ਸਾਡੇ ਕੋਲ ਬਹੁਤ ਸਾਰੇ ਰੋਲ ਮਾਡਲਸ ਆ ਜਿਹੜੇ ਅਸੀਂ ਹੁਣ ਸੋਫੀਆ ਦਲੀਪ ਸਿੰਘ ਦੀ ਗੱਲ ਕੀਤੀ, ਅਸੀਂ ਗੱਲ ਕੀਤੀ ਕਿ ਫਰੀਦਾ ਬੇਦੀ, ਉਹਨੇ ਇੰਡੀਪੈਂਡੈਂਸ ਵਾਸਤੇ ਇਸ ਮੁਲਕ ਦੇ ਵਿੱਚ ਬਹੁਤ ਕੰਮ ਕੀਤਾ। ਇਸ ਮੁਲਕ ਦੇ ਵਿੱਚ ਸਾਡੇ ਕੋਲ ਬਹੁਤ ਸਾਡੀਆਂ ਲੜਕੀਆਂ ਵਕੀਲ ਆ, ਡਾਕਟਰ ਆ। ਉਹ ਹੋਰ ਸਾਡੇ ਕੋਲ ਜ਼ਾਰਾ ਸੁਲਤਾਨਾ ਜਿਹੜੀ ਕਿ ਬਹੁਤ ਹੀ
ਅੱਗੇ ਵੱਧ ਕੇ ਕੰਮ ਕਰ ਰਹੀ MP ਆ ਅੱਜ। ਮੈਂ ਪ੍ਰੀਤੀ ਪਟੇਲ ਦੀ ਤੇ ਐਗਜ਼ਾਮਪਲ ਨਹੀਂ ਦਊਂਗੀ ਕਿਉਂਕਿ ਮੈਂ ਉਹ ਮੇਰੇ ਹਿਸਾਬ ਦੇ ਨਾਲ ਉਹ ਔਰਤਾਂ ਲਈ ਰੋਲ ਮਾਡਲ ਨਹੀਂ ਗੀ। ਤੇ ਸਾਡੇ ਸਾਹਮਣੇ ਅੱਜ ਹੁਣੇ ਅਸੀਂ ਕਿਸਾਨਾਂ ਦਾ ਘੋਲ ਜਿੱਤ ਕੇ ਹਟੇ ਹਾਂ। ਬਿਲਕੁਲ ਉਹ ਸਾਡੇ ਕੋਲ ਕਿੰਨਾ ਵੱਡਾ ਰੋਲ ਮਾਡਲ ਆ ਕਿ ਉਹ ਜਿਹੜੀਆਂ ਔਰਤਾਂ ਨੇ ਜਿਹੜੀ ਸ਼ਮੂਲੀਅਤ ਕੀਤੀ, ਜਿਹੜਾ ਕੰਮ ਉਹਨਾਂ ਨੇ ਕੀਤਾ ਉਹ ਮਰਦ ਨਹੀਂ ਕਰ ਸਕਦੇ ਸੀ। ਔਰ ਉਹ ਜਿਹੜਾ ਘੋਲ ਆ ਉਹਨਾਂ ਦੀ ਸ਼ਮੂਲੀਅਤ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਪਰ ਜੇ ਅਸੀਂ ਆਪਾਂ ਇਹ ਕਰੀਏ ਵੀ ਇੱਕ ਰੋਲ ਮਾਡਲ ਲੈਣਾ ਨਹੀਂ, ਅਸੀਂ ਕਲੈਕਟਿਵ ਰੋਲ ਮਾਡਲ ਵੀ ਦੇਖਣਾ ਹੈ ਕਿ ਉਹ ਜਿਹੜਾ ਕਲੈਕਟਿਵ ਰੋਲ ਮਾਡਲ ਔਰਤਾਂ ਨੇ ਸਾਨੂੰ ਦਿਖਾਇਆ ਔਰ ਮਰਦਾਂ ਨੂੰ ਸਿਖਾਇਆ ਕਿ ਅਸੀਂ ਆਹ ਕੰਮ ਅਸੀਂ ਕਰ ਸਕਦੇ, ਤੁਸੀਂ ਨਹੀਂ ਕਰ ਸਕਦੇ। ਸਾਨੂੰ ਦੱਸਿਆ ਗਿਆ ਕਿ ਫੰਡ ਇਕੱਠਾ ਕਰਨਾ ਔਰ ਕਿਸਾਨ ਔਰਤਾਂ ਨੇ ਕਿਹਾ ਕਿ ਤੁਸੀਂ ਬੈਠੋ ਘਰ, ਕਿਉਂਕਿ ਤੁਸੀਂ ਕਿਸੇ ਦੇ ਘਰ ਜਾਂਦੇ ਆ, ਤੁਸੀਂ ਪਹਿਲਾਂ ਗਲਾਸੀ ਲਾਉਣੀ, ਉੱਥੋਂ ਹੀ ਉੱਠ ਕੇ ਆ ਜਾਣਾ, ਸਾਡੇ ਤੇ ਰਹਿਣ ਦਿਓ, ਅਸੀਂ ਕਰਾਂਗੇ ਫੰਡ ਇਕੱਠਾ। ਉਹਨਾਂ ਨੇ ਫੰਡ ਇਕੱਠਾ ਕੀਤਾ, ਟਰੈਕਟਰ ਚਲਾਏ, ਟਰੈਕਟਰਾਂ ਦੇ ਵਿੱਚ ਲੋਕਾਂ ਨੂੰ ਲੈ ਕੇ ਆਈਆਂ ਉੱਥੇ ਬਾਰਡਰ ਦੇ ਉੱਤੇ। ਫਿਰ ਉਹਨਾਂ ਨੇ ਕਿਸ ਤਰ੍ਹਾਂ ਉਹ ਰੋਟਾ ਕੀਤਾ ਕਿ ਕਿਹੜੇ ਬੰਦਿਆਂ ਨੇ ਜਾਣਾ ਆ ਉੱਥੇ, ਕਿਹੜੇ ਔਰਤਾਂ ਨੇ ਜਾਣਾ ਆ, ਕਿਹਨਾਂ ਨੇ ਘਰ ਰਹਿਣਾ ਆ, ਕਿਹਨਾਂ ਨੇ ਖੇਤੀ ਦਾ ਕੰਮ ਕਰਨਾ, ਕਿਹਨਾਂ ਨੇ ਪਾਣੀ ਦੇਣਾ, ਕਿਹਨਾਂ ਨੇ ਫਸਲ ਵੱਢਣੀ। ਇਹ ਸਾਰਾ ਕੰਮ ਔਰਤਾਂ ਨੇ ਉਸ ਘੋਲ ਦੇ ਵਿੱਚ ਕੀਤਾ ਔਰ ਉਹ ਇਸ ਸਦਕਾ ਹੀ ਉਹ ਘੋਲ ਜਿਹੜਾ ਉਹ ਜਿੱਤਿਆ ਗਿਆ। ਦੂਸਰੀ ਗੱਲ ਜਿਹੜੀ ਉਹ ਮੈਂ ਬਿਲਕੁਲ ਭੁੱਲਣੀ, 50 ਸੈਕਿੰਡ ਰਹਿ ਗਏ। ਹਾਂਜੀ ਮੈਂ 50-7 ਸੈਕਟਰਾਂ 'ਚ ਕਰਦੀ। ਦੂਸਰੀ ਗੱਲ ਸਾਨੂੰ ਇਹ ਬਿਲਕੁਲ ਨਹੀਂ ਭੁੱਲਣੀ ਚਾਹੀਦੀ ਕਿ ਜਿਹੜੀਆਂ ਸ਼ਹੀਨ ਬਾਗ ਦੀਆਂ ਔਰਤਾਂ ਸੀ, ਸ਼ਹੀਨ ਬਾਗ ਦੀਆਂ ਔਰਤਾਂ ਨੇ ਉਦੋਂ BJP ਦੀ ਗਵਰਨਮੈਂਟ ਦੇ ਮੋਹਰੇ ਖੜੀਆਂ ਹੋਈਆਂ ਕਿ ਜਦੋਂ ਕਿਸੇ 'ਚ ਜ਼ਰੂਰਤ ਨਹੀਂ ਪੈਂਦੀ ਸੀ ਕਿ ਅਸੀਂ ਉਹਨਾਂ ਦੇ ਖਿਲਾਫ ਕੁਝ ਬੋਲ ਸਕੀਏ ਔਰ ਉਹ ਸਾਡੀਆਂ ਰੋਲ ਮਾਡਲ ਹੈ। ਹਾਂਜੀ ਪਿਆਰੇ ਦਰਸ਼ਕੋ, ਬਹੁਤ ਮਨ ਕਰਦਾ ਸੀਗਾ ਕਿ ਇਹ ਡਿਸਕਸ਼ਨ ਜਿਹੜੀ ਹੈਗੀ ਆ ਅਸੀਂ ਇਹਨੂੰ ਭਾਵੇਂ ਮੋਹਰਲੇ ਹਫਤੇ ਵੀ ਲੈ ਜਾਈਏ, ਪਰ ਸਮੇਂ ਦੀ ਆਪਣੀ ਪਾਬੰਦੀ ਹੁੰਦੀ ਆ। ਸੋ ਉਮੀਦ ਹੈ ਕਿ ਤੁਸੀਂ ਜਿਹੜੀਆਂ ਅੱਜ ਦੀਆਂ ਅਸੀਂ ਗੱਲਬਾਤ ਕੀਤੀ ਆ ਉਹਨੂੰ ਤੁਸੀਂ ਉਹਦੇ 'ਤੇ ਵਿਚਾਰ ਕਰੋਗੇ, ਉਹਦੇ ਬਾਰੇ ਸੋਚੋਗੇ ਔਰ ਇਕੱਲਾ ਸੋਚ ਕੇ ਉੱਥੇ ਛੱਡਣ ਦੀ ਲੋੜ ਨਹੀਂ ਹੈ, ਸਾਨੂੰ ਇਹਦੇ 'ਤੇ ਅਮਲ ਕਰਨ ਦੀ ਵੀ ਲੋੜ ਹੈਗੀ ਆ। ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਭੈਣ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ, ਉਹਨਾਂ ਨੇ ਆਏ। ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ।